ਅੱਜ ਅਸੀਂ ਸਾਰੀ ਕਲੀਸਿਆ ਨਾਲ ਇਕੱਠੇ ਹੋ ਕੇ ਆਪਣੇ ਪ੍ਰਭੂ ਯੀਸ਼ੂ ਮਸੀਹ ਦੇ ਪਾਸਕਾ ਭੇਦ ਨੂੰ ਮਨਾਏ ਜਾਣ ਦੇ ਪਾਕ ਜਸ਼ਨ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਾਂ। ਯਾਨੀ ਉਸ ਦੇ ਦੁੱਖ ਤਸੀਹੇ ਅਤੇ ਮੁਰਦਿਆਂ ਵਿੱਚੋਂ ਜੀ ਉਠਣ ਦੇ ਇਸ ਭੇਦ ਨੂੰ ਪੂਰੀ ਕਰ ਨਿਭਾਉਣ ਲਈ ਉਸ ਨੇ ਆਪਣੇ ਹੀ ਸ਼ਹਿਰ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ। ਇਸ ਲਈ ਆਓ ਅਸੀਂ ਆਪਣੇ ਪ੍ਰਭੂ ਦੇ ਸਾਡੇ ਮੁਕਤੀ ਦੇ ਲਈ ਯਰੂਸ਼ਲਮ ਵਿੱਚ ਪ੍ਰਵੇਸ਼ ਕਰਨ ਦੀ ਯਾਦਗਾਰੀ ਨੂੰ ਪੂਰੇ ਈਮਾਨ ਅਤੇ ਭਗਤੀ ਨਾਲ ਮਨਾਈਏ ਅਤੇ ਉਸ ਦੇ ਨਕਸ਼ੇ ਕਦਮਾਂ ਉੱਤੇ ਚੱਲੀਏ, ਤਾਂ ਜੋ ਉਸ ਦੇ ਫਜ਼ਲ ਨਾਲ ਅਸੀਂ ਜੋ ਸਲੀਬ ਦੇ ਹਿੱਸੇਦਾਰ ਬਣਾਏ ਗਏ ਹਾਂ ਉਸ ਦੇ ਜੀ ਉਠਣ ਅਤੇ ਸਦੀ ਵਿਜਨ ਵਿੱਚ ਸ਼ਰੀਕ ਹੋ ਸਕੀਏ। ਅਸੀਂ ਪ੍ਰਾਰਥਨਾ ਕਰੀਏ। ਇਹ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ ਇਹਨਾਂ ਠਹਿਣਿਆਂ ਨੂੰ ਆਪਣੇ ਬਰਕਤ ਨਾਲ ਪਾਕ ਬਣਾ ਦੇ, ਤਾਂ ਜੋ ਅਸੀਂ ਜੋ ਖੁਸ਼ੀ ਦੇ ਨਾਰੇ ਮਾਰ ਕੇ ਯੀਸ਼ੂ ਮਸੀਹ ਸਾਡੇ ਬਾਦਸ਼ਾਹ ਦੀ ਪੈਰਵੀ ਕਰਦੇ ਹਾਂ ਉਸ ਦੇ ਰਾਹੀ ਸਦੀ ਵੀ ਯਰੂਸ਼ਲਮ ਵਿੱਚ ਪਹੁੰਚ ਸਕੀਏ। ਉਹ ਜੋ ਜੀਵਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਅਸੀਂ ਹੁਣ ਪ੍ਰਭੂ ਦਾ ਵਚਨ ਸੁਣਾਂਗੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਰਕੁਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਜਦੋਂ ਉਹ ਯਰੂਸ਼ਲਮ ਪਹੁੰਚਣ ਵਾਲੇ ਸਨ ਅਤੇ ਜੈਤੂਨ ਪਹਾੜ ਦੇ ਨੇੜੇ ਬੈਤਫਾਗੀ ਅਤੇ ਬੈਤਨੀਆ ਆਏ ਤਾਂ ਯੀਸ਼ੂ ਨੇ ਆਪਣੇ ਦੋ ਚੇਲਿਆਂ ਨੂੰ ਘੱਲਿਆ ਅਤੇ ਉਹਨਾਂ ਨੂੰ ਕਿਹਾ, ਆਪਣੇ ਸਾਹਮਣੇ ਵਾਲੇ ਪਿੰਡ ਵਿੱਚ ਜਾਓ ਅਤੇ ਅੰਦਰ ਵੜਦੇ ਹੀ ਤੁਹਾਨੂੰ ਬੰਨ੍ਹਿਆ ਹੋਇਆ ਇੱਕ ਵਛੇਰਾ ਮਿਲੇਗਾ ਜਿਸ ਉਤੇ ਅੱਜ ਤੱਕ ਕਦੀ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ ਕੇ ਲਿਆਓ। ਜੇਕਰ ਕੋਈ ਤੁਹਾਨੂੰ ਕਹੇ ਤੁਸੀਂ ਇਹ ਕਿਉਂ ਕਰ ਰਹੇ ਹੋ ਤਾਂ ਇਹ ਕਹਿਣਾ ਪ੍ਰਭੂ ਨੂੰ ਇਸ ਦੀ ਲੋੜ ਹੈ ਅਤੇ ਉਹ ਇਸ ਨੂੰ ਛੇਤੀ ਹੀ ਵਾਪਸ ਕਰ ਲਵੇਗਾ। ਉਹ ਚਲੇ ਗਏ ਅਤੇ ਉਹਨਾਂ ਨੂੰ ਖੁੱਲੀ ਸੜਕ ਤੇ ਬੂਹੇ ਅੱਗੇ ਇੱਕ ਵਛੇਰਾ ਬੰਨ੍ਹਿਆ ਹੋਇਆ ਮਿਲਿਆ। ਉਹਨਾਂ ਨੇ ਉਸ ਨੂੰ ਖੋਲ ਲਿਆ। ਤਦ ਉੱਥੇ ਖੜੇ ਲੋਕਾਂ ਨੇ ਉਹਨਾਂ ਨੂੰ ਕਿਹਾ, ਤੁਸੀਂ ਕੀ ਕਰ ਰਹੇ ਹੋ? ਵਛੇਰੇ ਨੂੰ ਕਿਉਂ ਖੋਲ੍ਹਦੇ ਹੋ? ਤਦ ਚੇਲਿਆਂ ਨੇ ਉਹਨਾਂ ਨੂੰ ਉਹ ਦੱਸਿਆ ਜੋ ਯੀਸ਼ੂ ਨੇ ਉਹਨਾਂ ਨੂੰ ਕਿਹਾ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ। ਉਹ ਵਛੇਰੇ ਨੂੰ ਯੀਸ਼ੂ ਦੇ ਕੋਲ ਲਿਆਏ ਅਤੇ ਉਹਨਾਂ ਨੇ ਆਪਣੇ ਕੱਪੜੇ ਉਸ ਉੱਤੇ ਵਿਛਾਏ। ਯੀਸ਼ੂ ਉਸ ਉੱਤੇ ਸਵਾਰ ਹੋ ਗਿਆ। ਬਹੁਤ ਸਾਰਿਆਂ ਨੇ ਆਪਣੇ ਕੱਪੜੇ ਸੜਕ ਉੱਤੇ ਵਿਛਾਏ ਅਤੇ ਹੋਰਨਾਂ ਨੇ ਪੱਤਿਆਂ ਵਾਲੀ ਟਹਿਣੀਆਂ ਵਿਛਾਈਆਂ ਜਿਹੜੀਆਂ ਉਹ ਖੇਤਾਂ ਵਿੱਚੋਂ ਵੱਢ ਲਿਆਏ ਸਨ। ਉਸ ਦੇ ਅੱਗੇ ਅਤੇ ਪਿੱਛੇ ਜਾਣ ਵਾਲੇ ਲੋਕਾਂ ਨੇ ਇਹ ਨਾਅਰੇ ਮਾਰ ਰਹੇ ਸਨ, ਹੋਸਾਨਾ, ਧੰਨ ਹੈ ਉਹ ਜੋ ਆਉਂਦਾ ਹੈ ਪ੍ਰਭੂ ਦੇ ਨਾਂ ਉਤੇ, ਧੰਨ ਹੈ ਆਉਣ ਵਾਲਾ ਸਾਡੇ ਪਿਤਾ ਦਾਊਦ ਦਾ ਰਾਜ, ਉੱਚਾਈਆਂ ਦੇ ਵਿੱਚ ਹੋਸਾਨਾ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪਿਆਰਿਓ, ਅਸੀਂ ਯਰੂਸ਼ਲਮ ਦੇ ਲੋਕਾਂ ਦੇ ਵਾਂਗ ਅਸੀਂ ਵੀ ਜੈ ਜੈਕਾਰ ਦੇ ਨਾਅਰੇ ਨਾਲ ਯੀਸ਼ੂ ਦੀ ਵਡਿਆਈ ਕਰੀਏ ਅਤੇ ਸ਼ਾਂਤੀ ਨਾਲ ਇਸ ਜਲੂਸ ਦੇ ਵਿੱਚ ਹਿੱਸਾ ਲਈਏ। Distribute this. ਅਸੀਂ ਯਾਦ ਕਰਦੇ ਹਾਂ ਕਿ ਪ੍ਰਭੂ ਯੀਸ਼ੂ ਯਰੂਸ਼ਲਮ ਦੇ ਵਿੱਚ ਪ੍ਰਵੇਸ਼ ਕੀਤਾ
ਤੇ ਯਰੂਸ਼ਲਮ ਦੇ ਵਿੱਚ ਇੱਕ ਗੱਦੇ ਦੇ ਉੱਤੇ ਬੈਠ ਕੇ ਪ੍ਰਭੂ ਯੀਸ਼ੂ ਉੱਥੇ ਪ੍ਰਵੇਸ਼ ਕਰਦਾ ਹੈ, ਇਹ ਜਾਣਦੇ ਹੋਏ ਕਿ ਉੱਥੇ ਕੀ ਵਾਪਰਨਾ ਹੈ। ਪਰ ਯਰੂਸ਼ਲਮ ਨਿਵਾਸੀਆਂ ਨੂੰ ਇਹ ਇੱਕ ਜਸ਼ਨ ਦਾ ਸਮਾਂ ਸੀ ਅਤੇ ਉਹ ਦਾਊਦ ਦੇ ਪੁੱਤਰ ਦੀ ਹੋਸਾਨਾ ਕਹਿ ਕੇ, ਸਾਨੂੰ ਬਚਾਓ ਕਹਿ ਕੇ ਪ੍ਰਭੂ ਯੀਸ਼ੂ ਦਾ ਸਵਾਗਤ ਕੀਤਾ ਹੈ। ਅਸੀਂ ਵੀ ਯਰੂਸ਼ਲਮ ਨਿਵਾਸੀਆਂ ਦੇ ਨਾਲ ਮਿਲ ਕੇ ਪ੍ਰਭੂ ਯੀਸ਼ੂ ਦੀ, ਦਾਊਦ ਦੇ ਪੁੱਤਰ ਦੀ ਜੈ ਜੈਕਾਰ ਕਰਦੇ ਹੋਏ ਪਵਿੱਤਰ ਕੁਰਬਾਨੀ ਦੇ ਵਿੱਚ ਸ਼ਾਮਲ ਹੋਵਾਂਗੇ। रब खुदावंद बादशाह है, ओ जलाल दा बादशाह है। रब खुदावंद बादशाह है, ओ जलाल दा बादशाह है। ऊंचे करो सिर दरवाजे, ऊंचे वो सब दरो। ऊंचे करो सिर दरवाजे, ऊंचे वो सब दरो। जलाल दा बादशाह में सिर तोड़े ऊंचे करो। रब खुदावंद बादशाह है, ओ जलाल दा बादशाह है। रब खुदावंद बादशाह है, ओ जलाल दा बादशाह है। ऊंचे करो सिर दरवाजे, ऊंचे हो सब दरो। ऊंचे करो सिर दरवाजे, ऊंचे हो सब दरो। जलाल दा बादशाह में सिर तदे ऊंचे करो। रब खुदावंद बादशाह है, ओ जलाल दा बादशाह है। रब खुदावंद बादशाह है, ओ जलाल दा बादशाह है। जलाल दा बादशाह कौन है, कौन बादशाह कमाता। हे जलाल दा बादशाह कौन है, कौन बादशाह कमाता। रब जो जंग विच है जोरा भरी, ओ बादशाह कमाता। रब खुदावंद बादशाह है, ओ जलाल दा बादशाह है। रब खुदावंद बादशाह है, ओ जलाल दा बादशाह है। ऊंचे करो सिर दरवाजों, ऊंचे हो सब दरो। ऊंचे करो सिर दरवाजे, ऊंचे हो सब दरो। जलाल दा बादशाह में सिर तदे ऊंचे करो। रब खुदावंद बादशाह है, ओ जलाल दा बादशाह है। रब खुदावंद बादशाह है, ओ जलाल दा बादशाह है। रब खुदावंद बादशाह है, ओ जलाल दा बादशाह है। ਅਸੀਂ ਪ੍ਰਾਰਥਨਾ ਕਰੀਏ। ਇਹ ਪੂਰੀ ਕੁਦਰਤ ਵਾਲੇ ਤੇ ਕਾਲ ਖੁਦਾ, ਤੂੰ ਸਾਡੇ ਮੁਕਤੀਦਾਤੇ ਨੂੰ ਮਨੁੱਖੀ ਸਰੀਰ ਵਿੱਚ ਪ੍ਰਗਟ ਹੋ ਕੇ ਸਲੀਬੀ ਮੌਤ ਦੇ ਅਧੀਨ ਹੋਣ ਦਿੱਤਾ ਅਤੇ ਇਸ ਤਰ੍ਹਾਂ ਮਨੁੱਖ ਜਾਤੀ ਲਈ ਹਲੀਮੀ ਦਾ ਨਮੂਨਾ ਦਿੱਤਾ। ਬਖਸ਼ ਦੇ ਕਿ ਅਸੀਂ ਉਸ ਤੋਂ ਸਿੱਖਿਆ ਲੈ ਕੇ ਆਪਣੇ ਦੁੱਖਾਂ ਨੂੰ ਸਬਰ ਨਾਲ ਸਹੀਏ ਅਤੇ ਇਸ ਤਰ੍ਹਾਂ ਉਸ ਦੇ ਜੀ ਉਠਣ ਵਿੱਚ ਸ਼ਰੀਕ ਹੋਣ ਦੇ
ਲਾਇਕ ਬਣ ਜਾਈਏ। ਉਹ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਜੀਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। पाठ पहला यशाया नबी का ग्रंथ 50 बाब की 4:7 है। प्रभु खुदा ने मैनू सिखाया है कि मैं थके होया नू सहारा देने लई की करा। हर सवेर नू ਉਹ ਮੈਨੂੰ ਸੁਣਨ ਦੇ ਲਈ ਉਤਾਵਲਾ ਕਰ ਦਿੰਦਾ ਹੈ। ਜੋ ਉਹ ਮੈਨੂੰ ਸਿਖਾਉਣਾ ਚਾਹੁੰਦਾ ਹੈ ਪ੍ਰਭੂ ਨੇ ਮੈਨੂੰ ਸਮਝ ਦਿੱਤੀ ਹੈ ਅਤੇ ਮੈਂ ਉਸ ਨਾਲ ਵਿਰੋਧ ਨਹੀਂ ਕਰਦਾ ਹਾਂ। ਮੈਂ ਆਪਣੇ ਮਾਰਨ ਵਾਲਿਆਂ ਸਾਹਮਣੇ ਆਪਣਾ ਪਿੰਡਾ ਨੰਗਾ ਕਰ ਦਿੰਦਾ ਹਾਂ ਅਤੇ ਉਹ ਜਦੋਂ ਮੇਰਾ ਅਪਮਾਨ ਕਰਦੇ ਹਨ ਜਾਂ ਮੇਰੀ ਦਾੜੀ ਦੇ ਵਾਲ ਪੁੱਟਦੇ ਹਨ ਜਾਂ ਮੇਰੇ ਮੂੰਹ ਉੱਤੇ ਥੁੱਕਦੇ ਹਨ ਤੇ ਮੈਂ ਉਹਨਾਂ ਨੂੰ ਨਹੀਂ ਰੋਕਦਾ ਹਾਂ, ਪਰ ਉਹਨਾਂ ਦਾ ਅਪਮਾਨ ਮੇਰਾ ਨੁਕਸਾਨ ਨਹੀਂ ਕਰ ਸਕਦਾ ਕਿਉਂਕਿ ਪ੍ਰਭੂ ਖੁਦਾ ਮੇਰੀ ਮਦਦ ਕਰਦਾ ਹੈ। ਇਸ ਲਈ ਮੈਂ ਉਸ ਅਪਮਾਨ ਨੂੰ ਝੱਲਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। विच तेरे हुज़ूर मेरी दुआ उन्हें पहुँचे। विच तेरे हुज़ूर मेरी दुआ उन्हें पहुँचे। तेरे हुज़ूर मेरी दुआ उन्हें पहुँचे। विच तेरे हुज़ूर मेरी दुआ उन्हें पहुँचे। छुपाई मुँह में तो ना छुपाई तंगी बिच कान लगाई। मुँह में तो ना छुपाई मुँह में तो ना छुपाई तंगी बिच कान लगाई। दई उतर जरूर मेरी दुआ उन्हें पहुँचे। दई उतर जरूर मेरी दुआ उन्हें पहुँचे। विच तेरे हुज़ूर मेरी दुआ उन्हें पहुँचे। तुम्हें भागे उम्र गई मेरी तुम्हें भागे उम्र गई मेरी हड्डियाँ बालने दी तेरी। तुम्हें भागे उम्र गई मेरी तुम्हें भागे उम्र गई मेरी हड्डियाँ बालने दी तेरी। हड्डियाँ बालने दी तेरी। जिमें बलता तंदूर मेरी दुआ उन्हें पहुँचे। जिमें बलता तंदूर मेरी दुआ उन्हें पहुँचे। विच तेरे हुज़ूर मेरी दुआ उन्हें पहुँचे। विच तेरे हुज़ूर मेरी दुआ उन्हें पहुँचे। पाठ दूसरा। ਯਿਸੂ ਨੇ ਕਿਹਾ ਹੈ ਕਿ ਜੋ ਆਪਣੇ ਆਪ ਨੂੰ ਵੱਡਾ ਮੰਨਦਾ ਹੈ ਉਹ ਛੋਟਾ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਛੋਟਾ ਮੰਨਦਾ ਹੈ ਉਹ ਵੱਡਾ ਕੀਤਾ ਜਾਵੇਗਾ। ਸੰਤ ਪੌਲੁਸ ਇਸ ਸੱਚਾਈ ਨੂੰ
ਮਸੀਹ ਦੇ ਸੰਬੰਧ ਵਿੱਚ ਸਪਸ਼ਟ ਕਰਦੇ ਹਨ। ਮਸੀਹ ਨੇ ਆਪਣੇ ਦੁੱਖ ਭੋਗ ਅਤੇ ਸਲੀਬ ਉੱਤੇ ਮਰਨ ਦੁਆਰਾ ਆਪਣੇ ਆਪ ਨੂੰ ਦੀਨ ਬਣਾ ਲਿਆ। ਇਸ ਲਈ ਖੁਦਾ ਨੇ ਉਹਨਾਂ ਨੂੰ ਮਹਾਨ ਬਣਾ ਦਿੱਤਾ ਹੈ। ਫਿਲਪੀਆਂ ਦੇ ਨਾਮ ਸੰਤ ਪੌਲੁਸ ਦਾ ਪੱਤਰ, ਉਸ ਦਾ 2 ਬਾਬ 6 ਤੋਂ 11 ਆਇਤ। ਜਿਹੜਾ ਆਪ ਭਾਵੇਂ ਖੁਦਾ ਦਾ ਸਰੂਪ ਸੀ, ਪਰ ਉਸ ਨੇ ਖੁਦਾ ਨਾਲ ਆਪਣੀ ਬਰਾਬਰੀ ਨੂੰ ਅਜਿਹੀ ਚੀਜ਼ ਨਹੀਂ ਸਮਝਿਆ ਜਿਸ ਨਾਲ ਚਿੰਬੜਿਆ ਰਹੇ, ਸਗੋਂ ਉਸ ਨੇ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਅਤੇ ਇੱਕ ਦਾਸ ਦਾ ਰੂਪ ਧਾਰ ਲਿਆ ਅਤੇ ਮਨੁੱਖੀ ਸੂਰਤ ਵਿੱਚ ਜਨਮ ਲਿਆ ਅਤੇ ਮਨੁੱਖੀ ਰੂਪ ਵਿੱਚ ਪਾਇਆ ਜਾ ਕੇ ਆਪਣੇ ਆਪ ਨੂੰ ਨਿਮਰ ਬਣਾਇਆ ਅਤੇ ਮੌਤ ਤੱਕ ਆਗਿਆਕਾਰ ਰਿਹਾ, ਇੱਥੋਂ ਤੱਕ ਕਿ ਸਲੀਬੀ ਮੌਤ ਤੱਕ। ਇਸ ਲਈ ਖੁਦਾ ਨੇ ਉਸ ਦਾ ਰੁਤਬਾ ਬਹੁਤ ਬੁਲੰਦ ਕੀਤਾ ਅਤੇ ਉਸ ਨੂੰ ਉਹ ਨਾਮ ਬਖਸ਼ਿਆ ਜੋ ਸਭ ਨਾਵਾਂ ਤੋਂ ਉੱਚਾ ਸੀ, ਤਾਂ ਜੋ ਯਿਸੂ ਮਸੀਹ ਦੇ ਨਾਮ ਉੱਤੇ ਹਰ ਗੋਡਾ ਟੇਕਿਆ ਜਾਵੇ, ਚਾਹੇ ਉਹ ਆਸਮਾਨ ਉੱਤੇ ਹੋਵੇ, ਚਾਹੇ ਜ਼ਮੀਨ ਉੱਤੇ, ਚਾਹੇ ਜ਼ਮੀਨ ਦੇ ਥੱਲੇ, ਅਤੇ ਖੁਦਾ ਬਾਪ ਦੀ ਮਹਿਮਾ ਲਈ ਹਰ ਜੀਭ ਇਕਰਾਰ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। जीवन देने के लिए मेरा यीशु बुलाता तुम्हें, जीवन देने के लिए मेरा यीशु बुलाता तुम्हें। आजा तू जीवन पाजा, आजा तू जीवन पाजा, तू आजा, आजा तू जीवन पाजा, आजा तू जीवन पाजा, तू आजा, जीवन देने के लिए मेरा यीशु बुलाता तुम्हें, जीवन देने के लिए मेरा यीशु बुलाता तुम्हें। आजा तू जीवन पाजा, आजा तू जीवन पाजा, तू आजा, आजा तू जीवन पाजा, आजा तू जीवन पाजा। प्रभु तुहाड़े नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। प्रभु यीशु दा दुख भोग संत मार्कुस दे अनुसार तेरी वडियाई होवे ऐ प्रभु। ਹੁਣ ਪਾਸਕਾ ਅਤੇ ਬੇਖਮੀਰੀ ਰੋਟੀ ਦੇ ਤਿਉਹਾਰ ਦੇ ਲਈ 2 ਦਿਨ ਰਹੀ ਗਏ ਸਨ। ਪ੍ਰਧਾਨ ਪੁਰੋਹਿਤ ਅਤੇ ਧਰਮ ਗ੍ਰੰਥੀ ਯਿਸੂ ਨੂੰ ਚੋਰੀ ਛਿਪੇ ਗ੍ਰਿਫਤਾਰ ਕਰਨ ਦਾ ਅਤੇ ਕਤਲ ਕਰਨ ਦਾ ਕੋਈ ਰਾਹ ਲੱਭ ਰਹੇ ਸਨ, ਕਿਉਂ ਜੋ ਉਹ ਕਹਿੰਦੇ ਸਨ, ਤਿਉਹਾਰ ਤੇ ਨਹੀਂ, ਕਿਤੇ ਇਹ ਨਾ ਹੋਵੇ ਕਿ ਜਨਤਾ ਵਿੱਚ ਹੰਗਾਮਾ ਹੋ ਜਾਵੇ। ਜਦੋਂ ਉਹ ਬੇਤਨੀਆ ਵਿੱਚ ਕੋੜੀ ਸਿਮੋਨ ਦੇ ਘਰ ਸੀ ਅਤੇ ਬੇਟਾ ਭੋਜਨ ਕਰ ਰਿਹਾ ਸੀ, ਇੱਕ ਔਰਤ ਸੰਗਮਰਮਰ ਦੇ ਭਾਂਡੇ ਵਿੱਚ ਬਾਲਚਟ ਤੋਂ ਬਣਿਆ ਸ਼ੁੱਧ ਅਤੇ ਬਹੁਤ ਕੀਮਤੀ ਖੁਸ਼ਬੂਦਾਰ ਤੇਲ ਲੈ ਕੇ ਆਈ ਅਤੇ ਉਸਨੇ ਫਾਂਟ ਤੋੜ ਕੇ ਉਸ ਤੇਲ ਨੂੰ ਯਿਸੂ ਦੇ ਸਿਰ ਉੱਤੇ
ਡੋਲ ਦਿੱਤਾ। ਪਰ ਕੁਝ ਲੋਕ ਉੱਥੇ ਸਨ ਜੋ ਨਾਰਾਜ਼ ਹੋ ਕੇ ਆਪੋ ਵਿੱਚ ਕਹਿਣ ਲੱਗੇ, ਇਹ ਖੁਸ਼ਬੂਦਾਰ ਤੇਲ ਕਿਉਂ ਇਸ ਤਰ੍ਹਾਂ ਜਾਇਆ ਕੀਤਾ ਗਿਆ? ਕਿਉਂਕਿ ਇਹ ਖੁਸ਼ਬੂਦਾਰ ਤੇਲ 300 ਦਿਨਾਰ ਤੋਂ ਵੀ ਵੱਧ ਵਿੱਚ ਵੇਚਿਆ ਜਾ ਸਕਦਾ ਸੀ ਅਤੇ ਉਹ ਗਰੀਬਾਂ ਨੂੰ ਦਿੱਤਾ ਜਾ ਸਕਦਾ ਸੀ। ਇਸ ਤਰ੍ਹਾਂ ਉਹ ਉਸ ਔਰਤ ਨੂੰ ਝਿੜਕ ਰਹੇ ਸਨ, ਪਰ ਯਿਸੂ ਨੇ ਕਿਹਾ, ਇਸ ਨੂੰ ਕੁਛ ਨਾ ਕਹੋ, ਤੁਸੀਂ ਇਸ ਨੂੰ ਕਿਉਂ ਤੰਗ ਕਰਦੇ ਹੋ? ਇਸ ਨੇ ਮੇਰੇ ਲਈ ਇਹ ਨੇਕੀ ਦਾ ਕੰਮ ਕੀਤਾ ਹੈ, ਕਿਉਂਕਿ ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ ਅਤੇ ਜਦੋਂ ਵੀ ਤੁਹਾਡਾ ਜੀ ਚਾਹੇ ਤੁਸੀਂ ਉਹਨਾਂ ਦੀ ਭਲਾਈ ਕਰ ਸਕਦੇ ਹੋ, ਪਰੰਤੂ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ। ਜੋ ਕੁਝ ਇਹ ਕਰ ਸਕਦੀ ਸੀ ਇਸ ਨੇ ਕੀਤਾ। ਇਸ ਨੇ ਅੱਗੇ ਹੀ ਮੇਰੇ ਸਰੀਰ ਨੂੰ ਤੇਲ ਨਾਲ ਮਸਾ ਕਰਕੇ ਦਫਨਾਉਣ ਲਈ ਤਿਆਰ ਕੀਤਾ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਅੰਜੀਲ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਸ ਔਰਤ ਦਾ ਇਹ ਕੰਮ ਇਸ ਦੀ ਯਾਦ ਵਿੱਚ ਦੱਸਿਆ ਜਾਵੇਗਾ। ਤਦ ਯਹੂਦਾ ਇਸਕਰਿਓਤੀ ਜੋ 12 ਵਿੱਚੋਂ ਇੱਕ ਸੀ, ਪ੍ਰਧਾਨ ਪੁਰੋਹਿਤਾਂ ਕੋਲ ਗਿਆ ਤਾਂ ਜੋ ਉਹ ਵਿਸ਼ਵਾਸਘਾਤ ਕਰਕੇ ਯਿਸੂ ਨੂੰ ਉਹਨਾਂ ਦੇ ਹਵਾਲੇ ਕਰ ਦੇਵੇ। ਉਹ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਉਸ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ। ਇਸ ਲਈ ਯਹੂਦਾ ਯਿਸੂ ਨੂੰ ਦਗੇ ਨਾਲ ਫੜਾਉਣ ਦੇ ਮੌਕੇ ਦੀ ਤਾਕ ਵਿੱਚ ਰਿਹਾ। ਬੇਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਦੋਂ ਪਾਸਕਾ ਦੇ ਲੇਲੇ ਦੀ ਬਲੀ ਦਿੱਤੀ ਜਾਂਦੀ ਹੈ, ਯਿਸੂ ਦੇ ਚੇਲਿਆਂ ਨੇ ਉਸ ਨੂੰ ਕਿਹਾ, ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਜਾ ਕੇ ਤੁਹਾਡੇ ਲਈ ਪਸਾਹ ਦਾ ਭੋਜ ਦੀ ਤਿਆਰੀ ਕਰੀਏ? ਸੋ ਉਸਨੇ ਆਪਣੇ ਚੇਲਿਆਂ ਵਿੱਚੋਂ 2 ਨੂੰ ਕੱਲਿਆ ਅਤੇ ਉਹਨਾਂ ਨੂੰ ਕਿਹਾ, ਸ਼ਹਿਰ ਵਿੱਚ ਜਾਵੋ ਅਤੇ ਪਾਣੀ ਦਾ ਘੜਾ ਚੁੱਕੀ ਜਾਂਦਾ ਇੱਕ ਆਦਮੀ ਤੁਹਾਨੂੰ ਮਿਲੇਗਾ। ਉਸ ਦੇ ਪਿੱਛੇ ਪਿੱਛੇ ਜਾਵੋ ਅਤੇ ਜਿੱਥੇ ਕਿਤੇ ਉਹ ਦਾਖਲ ਹੋਵੇ, ਉਸ ਘਰ ਦੇ ਮਾਲਕ ਨੂੰ ਇਹ ਕਹਿਣਾ, ਪ੍ਰਭੂ ਜੀ ਪੁੱਛਦੇ ਹਨ, ਮੇਰਾ ਮਹਿਮਾਨ ਖਾਨਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾ ਦਾ ਭੋਜਨ ਖਾਵਾਂ? ਉਹ ਤੁਹਾਨੂੰ ਉੱਪਰਲਾ ਇੱਕ ਵੱਡਾ ਕਮਰਾ ਦਿਖਾਵੇਗਾ, ਸਜਾਇਆ ਅਤੇ ਤਿਆਰ। ਤੁਸੀਂ ਉੱਥੇ ਸਾਡੇ ਲਈ ਤਿਆਰੀ ਕਰੋ। ਸੋ ਚੇਲੇ ਚੱਲ ਪਏ ਅਤੇ ਸ਼ਹਿਰ ਵੱਲ ਗਏ ਅਤੇ ਉਹਨਾਂ ਨੇ ਉਸੇ ਤਰ੍ਹਾਂ ਪਾਇਆ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਸੀ ਅਤੇ ਉਹਨਾਂ ਪਸਾਹ ਦੇ ਭੋਜਨ ਦੀ ਤਿਆਰੀ ਕੀਤੀ। ਜਦੋਂ ਸ਼ਾਮ ਹੋਈ ਤਾਂ ਯਿਸੂ 12 ਨਾਲ ਆਇਆ। ਜਦੋਂ ਉਹ ਭੋਜਨ ਕਰਨ ਬੈਠੇ ਤਾਂ ਯਿਸੂ ਨੇ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰਾ ਵਿਸ਼ਵਾਸਘਾਤ ਕਰੇਗਾ। ਉਹ ਇਸ ਵੇਲੇ ਮੇਰੇ ਨਾਲ ਭੋਜਨ ਕਰ ਰਿਹਾ ਹੈ। ਉਹ ਸਾਰੇ ਉਦਾਸ ਹੋ ਗਏ ਅਤੇ ਇੱਕ ਇੱਕ ਕਰਕੇ ਉਸ ਨੂੰ ਕਹਿਣ ਲੱਗੇ, ਕੀ ਉਹ ਮੈਂ ਹਾਂ? ਨਹੀਂ ਨਾ। ਉਸਨੇ ਉਹਨਾਂ ਨੂੰ ਕਿਹਾ, ਉਹ 12 ਵਿੱਚੋਂ ਇੱਕ ਹੈ ਅਤੇ ਉਹ ਮੇਰੇ ਨਾਲ ਇੱਕ ਥਾਲੀ ਵਿੱਚ ਰੋਟੀ ਡੁਬਾਉਂਦਾ ਹੈ। ਮਨੁੱਖ ਦਾ ਪੁੱਤਰ ਤਾਂ ਉਸੇ ਤਰ੍ਹਾਂ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਬਾਰੇ ਲਿਖਿਆ ਗਿਆ ਹੈ, ਪਰ धिकार ਉਸ ਆਦਮੀ ਤੇ ਜਿਸ ਤਰ੍ਹਾਂ ਹੀ ਮਨੁੱਖ ਦੇ ਪੁੱਤਰ ਦਾ ਵਿਸ਼ਵਾਸਘਾਤ ਕੀਤਾ ਜਾਂਦਾ ਹੈ। ਉਸ ਆਦਮੀ ਦੇ ਲਈ ਕਿਤੇ ਚੰਗਾ ਹੁੰਦਾ ਜੇ ਉਹ ਪੈਦਾ ਹੀ ਨਾ ਹੁੰਦਾ। ਜਦੋਂ ਉਹ ਭੋਜਨ ਕਰ ਰਹੇ ਸਨ, ਉਸਨੇ ਰੋਟੀ ਲਈ ਬਰਕਤ ਦਿੱਤੀ ਅਤੇ ਤੋੜੀ ਅਤੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, ਲਵੋ, ਇਹ ਮੇਰਾ ਸਰੀਰ ਹੈ। ਫਿਰ ਉਸਨੇ ਪਿਆਲਾ ਲਿਆ ਅਤੇ ਧੰਨਵਾਦ ਦੀ ਪ੍ਰਾਰਥਨਾ ਕਰਨ ਦੇ ਬਾਅਦ ਉਸਨੇ ਉਹ ਚੇਲਿਆਂ ਨੂੰ ਦਿੱਤਾ ਅਤੇ ਸਾਰਿਆਂ ਨੇ ਉਸ ਵਿੱਚ ਪੀਤਾ। ਉਸਨੇ ਉਹਨਾਂ ਨੂੰ ਕਿਹਾ, ਇਹ ਨਵੇਂ ਨੇਮ ਦਾ ਮੇਰਾ ਲਹੂ ਹੈ ਜੋ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ,
ਉਸ ਦਿਨ ਤੱਕ ਮੈਂ ਅੰਗੂਰੀ ਵੇਲ ਦੇ ਫਲ ਚੋਂ ਨਹੀਂ ਪੀਵਾਂਗਾ, ਜਦੋਂ ਤੱਕ ਖੁਦਾ ਦੇ ਰਾਜ ਵਿੱਚ ਮੈਂ ਇਸ ਨੂੰ ਤੁਹਾਡੇ ਨਾਲ ਨਾ ਪੀਵਾਂ। ਉਹਨਾਂ ਨੇ ਇੱਕ ਭਜਨ ਗਾਇਆ। ਉਸ ਦੇ ਬਾਅਦ ਉਹ ਜੈਤੂਨ ਦੇ ਪਹਾੜ ਨੂੰ ਚੱਲ ਪਏ ਅਤੇ ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਸਾਰੇ ਮੈਨੂੰ ਛੱਡ ਕੇ ਭੱਜ ਜਾਵੋਗੇ, ਕਿਉਂਕਿ ਇਹ ਲਿਖਿਆ ਹੈ, ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਭੇਡਾਂ ਖਿਲਰ ਪੁਲਰ ਜਾਣਗੀਆਂ। ਪਰ ਮੇਰੇ ਜੀ ਉੱਠਣ ਦੇ ਬਾਅਦ ਮੈਂ ਤੁਹਾਡੇ ਤੋਂ ਅੱਗੇ ਤਾਂ ਗਲੀਲ ਨੂੰ ਜਾਵਾਂਗਾ। ਪਤਰਸ ਨੇ ਉਸ ਨੂੰ ਕਿਹਾ, ਭਾਵੇਂ ਸਾਰੇ ਛੱਡ ਕੇ ਭੱਜ ਜਾਣ, ਪਰ ਮੈਂ ਨਹੀਂ। ਯਿਸੂ ਨੇ ਉਸ ਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ, ਅੱਜ ਇਸੇ ਰਾਤ ਕੁੱਕੜ ਦੇ 2 ਵਾਰ ਵਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਪਰ ਉਸਨੇ ਹੋਰ ਜ਼ੋਰ ਕੇ ਕਿਹਾ, ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਵੀ ਕਿਉਂ ਨਾ ਪਵੇ, ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ। ਉਹਨਾਂ ਸਾਰਿਆਂ ਨੇ ਵੀ ਇਸੇ ਤਰ੍ਹਾਂ ਕਿਹਾ। ਉਹ ਗਤਸਮਨੀ ਨਾਮ ਦੀ ਥਾਮ ਨੂੰ ਗਏ ਅਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ ਜਦੋਂ ਤੱਕ ਮੈਂ ਪ੍ਰਾਰਥਨਾ ਕਰਾਂ। ਫਿਰ ਉਸਨੇ ਪਤਰਸ, ਯਾਕੂਬ ਅਤੇ ਯੋਹੰਨਾ ਨੂੰ ਆਪਣੇ ਨਾਲ ਲਿਆ ਅਤੇ ਉਹ ਬਹੁਤ ਹੀ ਦਿਲਗੀਰ ਅਤੇ ਬੇਕਰਾਰ ਹੋਣ ਲੱਗਾ। ਉਸਨੇ ਉਹਨਾਂ ਨੂੰ ਕਿਹਾ, ਮੇਰੀ ਜਾਨ ਬਹੁਤ ਹੀ ਗਮਗੀਨ ਹੈ, ਇੱਥੋਂ ਤੱਕ ਕਿ ਮੈਂ ਮਰਦਾ ਜਾਂਦਾ ਹਾਂ। ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ। ਫਿਰ ਥੋੜਾ ਅੱਗੇ ਜਾ ਕੇ ਉਸਨੇ ਜ਼ਮੀਨ ਉੱਤੇ ਮੂੰਹ ਪਰਨੇ ਡਿੱਗ ਕੇ ਪ੍ਰਾਰਥਨਾ ਕੀਤੀ ਕਿ ਜੋ ਹੋ ਸਕੇ ਤਾਂ ਇਹ ਘੜੀ ਮੇਰੇ ਤੋਂ ਟਲ ਪਾਵੇ। ਫਿਰ ਉਸਨੇ ਕਿਹਾ, ਅੱਬਾ, ਇਹ ਬਾਪ, ਤੁਹਾਡੇ ਲਈ ਸਭ ਕੁਝ ਹੋ ਸਕਦਾ ਹੈ। ਇਹ ਪਿਆਲਾ ਮੇਰੇ ਤੋਂ ਹਟਾ ਲਵੋ, ਫਿਰ ਵੀ ਮੇਰੀ ਮਰਜ਼ੀ ਨਹੀਂ, ਸਗੋਂ ਤੁਹਾਡੀ ਮਰਜ਼ੀ ਪੂਰੀ ਹੋਵੇ। ਫਿਰ ਉਸਨੇ ਆ ਕੇ ਆਪਣੇ ਚੇਲਿਆਂ ਨੂੰ ਸੁੱਤੇ ਵੇਖਿਆ ਅਤੇ ਉਸਨੇ ਪਤਰਸ ਨੂੰ ਕਿਹਾ, ਸ਼ਿਮੋਨ, ਕੀ ਤੁਸੀਂ ਸੁੱਤੇ ਪਏ ਹੋ? ਕਿ ਤੁਸੀਂ ਇੱਕ ਘੜੀ ਭਰ ਜਾਗ ਨਾ ਸਕੇ? ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। ਰੂਹ ਵਖਈ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ। ਉਸਨੇ ਫਿਰ ਜਾ ਕੇ ਉਹਨਾਂ ਹੀ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਪ੍ਰਾਰਥਨਾ ਕੀਤੀ। ਜਦੋਂ ਉਹ ਫਿਰ ਆਇਆ ਤਾਂ ਉਸਨੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਾਰੀ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਸ ਨੂੰ ਕੀ ਉੱਤਰ ਦੇਣ। ਫਿਰ ਉਹ ਤੀਜੀ ਵਾਰ ਆਇਆ ਅਤੇ ਉਹਨਾਂ ਨੂੰ ਕਿਹਾ, ਕਿ ਤੁਸੀਂ ਅਜੇ ਵੀ ਸੋ ਰਹੇ ਹੋ ਅਤੇ ਆਰਾਮ ਕਰ ਰਹੇ ਹੋ? ਬਸ ਬਹੁਤ ਹੋ ਗਿਆ, ਵਕਤ ਆ ਗਿਆ ਹੈ। ਮਨੁੱਖ ਦਾ ਪੁੱਤਰ ਦੱਗੇ ਨਾਲ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। ਉਠੋ, ਚਲੀਏ, ਵੇਖੋ ਮੇਰਾ ਵਿਸ਼ਵਾਸਘਾਤੀ ਨੇੜੇ ਆ ਗਿਆ ਹੈ। ਉਹ ਅੱਜ ਬੋਲ ਹੀ ਰਿਹਾ ਸੀ ਕਿ ਉਸੇ ਵੇਲੇ ਯਹੂਦਾ 12 ਵਿੱਚੋਂ ਇੱਕ ਉੱਥੇ ਆਇਆ ਅਤੇ ਉਸ ਦੇ ਨਾਲ ਇੱਕ ਭੀੜ ਤਲਵਾਰਾਂ ਅਤੇ ਲਾਠੀਆਂ ਲੈ ਕੇ ਆਈ, ਜੋ ਪ੍ਰਧਾਨ ਪੁਰੋਹਿਤਾਂ, ਧਰਮ ਗ੍ਰੰਥੀਆਂ ਅਤੇ ਨੇਤਾਵਾਂ ਵੱਲੋਂ ਖੱਲੀ ਹੋਈ ਸੀ। ਵਿਸ਼ਵਾਸਘਾਤੀ ਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਇੱਕ ਨਿਸ਼ਾਨੀ ਦਿੱਤੀ ਹੋਈ ਸੀ, ਮੈਂ ਜਿਸ ਆਦਮੀ ਦਾ ਮੂੰਹ ਚੁੰਮਾ ਹੋਈ ਹੈ ਉਸ ਨੂੰ ਫੜ ਲੈਣਾ ਅਤੇ ਸਾਵਧਾਨੀ ਨਾਲ ਲੈ ਜਾਣਾ। ਜਦੋਂ ਉਹ ਆਇਆ ਤਾਂ ਸਿੱਧਾ ਯਿਸੂ ਕੋਲ ਗਿਆ ਅਤੇ ਉਸ ਨੂੰ ਕਿਹਾ, ਰੱਬੀ, ਅਤੇ ਉਸ ਦਾ ਮੂੰਹ ਚੁੰਮਿਆ। ਤਦ ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਗ੍ਰਿਫਤਾਰ ਕਰ ਲਿਆ। ਪਰ ਉੱਥੇ ਖੜੇ ਲੋਕਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕੱਢੀ ਅਤੇ ਮਹਾਪੁਰੋਹਿਤ ਦੇ ਦਾਸ 'ਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ।
ਤਦ ਯਿਸੂ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਮੈਨੂੰ ਗ੍ਰਿਫਤਾਰ ਕਰਨ ਲਈ ਆਏ ਹੋ, ਜਿਵੇਂ ਕਿ ਤੁਸੀਂ ਕਿਸੇ ਡਾਕੂ ਨੂੰ ਫੜਨ ਆਏ ਹੋਏ? ਮੈਂ ਹਰ ਰੋਜ਼ ਤੁਹਾਡੇ ਨਾਲ ਹੇਕਲ ਵਿੱਚ ਸਿੱਖਿਆ ਦਿੰਦਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਗ੍ਰਿਫਤਾਰ ਨਹੀਂ ਕੀਤਾ, ਪਰ ਪਵਿੱਤਰ ਲਿਖਤਾਂ ਨੂੰ ਪੂਰਾ ਹੋਣ ਦਿਓ। ਤਦ ਸਭ ਚੇਲੇ ਉਸ ਨੂੰ ਛੱਡ ਕੇ ਭੱਜ ਗਏ। ਇੱਕ ਨੌਜਵਾਨ ਆਪਣੇ ਸਰੀਰ ਉੱਤੇ ਸਿਰਫ ਇੱਕ ਮਲਮਲ ਦੀ ਚਾਦਰ ਲਪੇਟ ਕੇ ਉਸ ਦੇ ਪਿੱਛੇ ਤੁਰਿਆ ਆਉਂਦਾ ਸੀ ਅਤੇ ਉਹਨਾਂ ਨੇ ਉਸ ਨੂੰ ਫੜ ਲਿਆ, ਪਰ ਉਹ ਆਪਣੀ ਚਾਦਰ ਛੱਡ ਕੇ ਨੰਗਾ ਹੀ ਭੱਜ ਗਿਆ। ਉਹ ਯਿਸੂ ਨੂੰ ਮਹਾਪੁਰੋਹਿਤ ਦੇ ਕੋਲ ਲੈ ਗਏ। ਉੱਥੇ ਸਾਰੇ ਪ੍ਰਧਾਨ ਪੁਰੋਹਿਤ, ਨੇਤਾ ਅਤੇ ਧਰਮ ਗ੍ਰੰਥੀ ਇਕੱਠੇ ਹੋਏ ਸਨ। ਪਤਰਸ ਕੁਝ ਦੂਰੀ ਤੇ ਰਹਿ ਕੇ ਉਸ ਦੇ ਪਿੱਛੇ ਪਿੱਛੇ ਗਿਆ ਅਤੇ ਸਿੱਧਾ ਮਹਾਪੁਰੋਹਿਤ ਦੇ ਘਰ ਦੇ ਵਿਹੜੇ ਤੱਕ ਪਹੁੰਚ ਗਿਆ। ਉਹ ਪਹਿਰੇਦਾਰਾਂ ਦੇ ਨਾਲ ਅੱਗ ਦੇ ਲਾਗੇ ਬੈਠ ਕੇ ਅੱਗ ਸੇਕ ਰਿਹਾ ਸੀ। ਹੁਣ ਪ੍ਰਧਾਨ ਪੁਰੋਹਿਤ ਅਤੇ ਸਾਰੀ ਸਭਾ ਯਿਸੂ ਨੂੰ ਮਾਰ ਦੇਣ ਲਈ ਉਸ ਦੇ ਖਿਲਾਫ ਗਵਾਹੀ ਲੱਭ ਰਹੇ ਸਨ, ਪਰ ਉਹਨਾਂ ਨੂੰ ਕੋਈ ਨਾ ਮਿਲੀ, ਕਿਉਂਕਿ ਬਹੁਤ ਸਾਰਿਆਂ ਨੇ ਉਸ ਦੇ ਖਿਲਾਫ ਝੂਠੀ ਗਵਾਹੀ ਦਿੱਤੀ, ਪਰ ਉਹਨਾਂ ਦੀ ਗਵਾਹੀ ਆਪਸ ਵਿੱਚ ਮੇਲ ਨਹੀਂ ਖਾਂਦੀ ਸੀ। ਤਦ ਕੁਝ ਲੋਕਾਂ ਨੇ ਖੜੇ ਹੋ ਕੇ ਉਸ ਦੇ ਖਿਲਾਫ ਇਹ ਕਹਿੰਦੇ ਹੋਏ ਝੂਠੀ ਗਵਾਹੀ ਦਿੱਤੀ, ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ ਹੈ, ਮੈਂ ਹੱਥਾਂ ਨਾਲ ਬਣਾਈ ਹੋਈ ਇਸ ਹੈਕਲ ਨੂੰ ਢਾਹ ਦੇਵਾਂਗਾ ਅਤੇ 3 ਦਿਨਾਂ ਵਿੱਚ ਮੈਂ ਦੂਜੀ ਬਣਾਵਾਂਗਾ ਜੋ ਹੱਥਾਂ ਨਾਲ ਬਣਾਈ ਨਾ ਹੋਵੇ। ਪਰ ਇਸ ਵਿੱਚ ਵੀ ਉਹਨਾਂ ਦੀ ਗਵਾਹੀ ਆਪਸ ਵਿੱਚ ਮੇਲ ਨਹੀਂ ਖਾਂਦੀ ਸੀ। ਤਦ ਮਹਾਪੁਰੋਹਿਤ ਨੇ ਵਿਚਕਾਰ ਖੜੇ ਹੋ ਕੇ ਯਿਸੂ ਨੂੰ ਪੁੱਛਿਆ, ਕੀ ਤੂੰ ਕੋਈ ਜਵਾਬ ਨਹੀਂ ਦੇਣਾ? ਇਹ ਕੀ ਹੈ ਜੋ ਇਹ ਲੋਕ ਤੇਰੇ ਖਿਲਾਫ ਇਸ ਤਰ੍ਹਾਂ ਗਵਾਹੀ ਦਿੰਦੇ ਹਨ? ਪਰ ਉਹ ਚੁੱਪ ਰਿਹਾ ਅਤੇ ਉਸਨੇ ਕੋਈ ਜਵਾਬ ਨਾ ਦਿੱਤਾ। ਮਹਾਪੁਰੋਹਿਤ ਨੇ ਫਿਰ ਉਸ ਨੂੰ ਪੁੱਛਿਆ, ਕੀ ਤੁਸੀਂ ਮਸੀਹ ਹੋ, ਪਰਮ ਪਵਿੱਤਰ ਦੇ ਪੁੱਤਰ? ਯਿਸੂ ਨੇ ਕਿਹਾ, ਮੈਂ ਹਾਂ, ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵ ਸ਼ਕਤੀਮਾਨ ਦੇ ਸੱਜੇ ਬੈਠਿਆ ਅਤੇ ਆਕਾਸ਼ ਦੇ ਬਦਲਾਂ ਦੇ ਨਾਲ ਆਉਂਦਿਆਂ ਵੇਖੋਗੇ। ਤਦ ਮਹਾਪੁਰੋਹਿਤ ਨੇ ਆਪਣਾ ਚੋਗਾ ਪਾੜਿਆ ਅਤੇ ਕਿਹਾ, ਸਾਨੂੰ ਹੁਣ ਹੋਰ ਗਵਾਹੀਆਂ ਦੀ ਕੀ ਲੋੜ ਹੈ? ਤੁਸੀਂ ਇਸ ਦਾ ਕੁਫਰ ਸੁਣ ਲਿਆ ਹੈ, ਤੁਹਾਡਾ ਕੀ ਫੈਸਲਾ ਹੈ? ਤਦ ਉਹਨਾਂ ਸਾਰਿਆਂ ਨੇ ਫੈਸਲਾ ਦਿੱਤਾ ਕਿ ਉਹ ਮੌਤ ਦੀ ਸਜ਼ਾ ਦਾ ਹੱਕਦਾਰ ਹੈ। ਕੁਝ ਲੋਕ ਉਸ ਉੱਤੇ ਥੁੱਕਣ ਲੱਗੇ ਅਤੇ ਇਹ ਕਹਿੰਦੇ ਹੋਏ ਉਸ ਦਾ ਮੂੰਹ ਢੱਕ ਕੇ ਉਹਨਾਂ ਨੇ ਉਸ ਨੂੰ ਮਾਰਨਾ ਸ਼ੁਰੂ ਕੀਤਾ। ਭਵਿੱਖਬਾਣੀ ਕਰੋ। ਪਹਿਰੇਦਾਰਾਂ ਨੇ ਵੀ ਉਸ ਨੂੰ ਥੱਪੜ ਮਾਰੇ ਅਤੇ ਹਿਰਾਸਤ ਵਿੱਚ ਲੈ ਲਿਆ। ਪਤਰਸ ਥੱਲੇ ਘਰ ਦੇ ਵਿਹੜੇ ਵਿੱਚ ਸੀ ਅਤੇ ਮਹਾਪੁਰੋਹਿਤ ਦੀ ਇੱਕ ਨੌਕਰਾਣੀ ਉੱਥੇ ਆਈ। ਪਤਰਸ ਨੂੰ ਅੱਗ ਸੇਕਦੇ ਹੋਏ ਵੇਖ ਕੇ ਉਸਨੇ ਉਸ ਵੱਲ ਤੱਕਿਆ ਅਤੇ ਕਿਹਾ, ਤੁਸੀਂ ਵੀ ਯਿਸੂ ਨਾਸਰੀ ਦੇ ਨਾਲ ਸੀ। ਪਰ ਉਸਨੇ ਇਹ ਕਹਿੰਦੇ ਹੋਏ ਇਨਕਾਰ ਕੀਤਾ, ਮੈਂ ਨਾ ਤਾਂ ਜਾਣਦਾ ਹਾਂ ਅਤੇ ਨਾ ਹੀ ਸਮਝਦਾ ਹਾਂ ਕਿ ਤੂੰ ਕੀ ਕਹਿ ਰਹੀ ਹੈ। ਫਿਰ ਉਹ ਬਾਹਰ ਵਿਹੜੇ ਵਿੱਚ ਫਾਟਕ ਵੱਲ ਚਲਾ ਗਿਆ ਅਤੇ ਕੁੱਕੜ ਕੇ ਬਾਂਗ ਦਿੱਤੀ। ਉਸ ਨੌਕਰਾਣੀ ਨੇ ਫਿਰ ਉਹਨਾਂ ਨੂੰ ਵੇਖਿਆ ਅਤੇ ਉੱਥੇ ਖੜੇ ਲੋਕਾਂ ਨੂੰ ਦੱਸਿਆ, ਇਹ ਆਦਮੀ ਉਹਨਾਂ ਵਿੱਚੋਂ ਇੱਕ ਹੈ।
ਪਰ ਉਸਨੇ ਫਿਰ ਇਨਕਾਰ ਕੀਤਾ। ਥੋੜੇ ਚਿਰ ਬਾਅਦ ਉੱਥੇ ਖੜੇ ਲੋਕਾਂ ਨੇ ਫਿਰ ਪਤਰਸ ਨੂੰ ਕਿਹਾ, ਬੇਸ਼ੱਕ ਤੂੰ ਵੀ ਉਹਨਾਂ ਵਿੱਚੋਂ ਇੱਕ ਹੈ, ਕਿਉਂਕਿ ਤੁਸੀਂ ਗਲੀਲ ਦੇ ਹੋ। ਪਰ ਉਹ ਆਪਣੇ ਆਪ ਨੂੰ ਕੋਸਣ ਲੱਗਾ ਅਤੇ ਕਸਮ ਖਾ ਕੇ ਕਹਿਣ ਲੱਗਾ, ਮੈਂ ਉਸ ਆਦਮੀ ਨੂੰ ਨਹੀਂ ਜਾਣਦਾ, ਇਸ ਦੇ ਬਾਰੇ ਤੁਸੀਂ ਬੋਲਦੇ ਹੋ। ਠੀਕ ਉਸੇ ਵੇਲੇ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ। ਤਦ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਉਸ ਨੂੰ ਕਿਹਾ ਸੀ, ਕੁੱਕੜ ਦੇ 2 ਵਾਰ ਵਾਂਗ ਦੇਣ ਤੋਂ ਪਹਿਲਾਂ ਤੁਸੀਂ 3 ਵਾਰ ਮੇਰਾ ਇਨਕਾਰ ਕਰੋਗੇ। ਉਹ ਥੱਲੇ ਡਿੱਗ ਕੇ ਅਤੇ ਦਾਹੀ ਮਾਰ ਕੇ ਰੋਣ ਲੱਗਾ। ਸਵੇਰ ਹੁੰਦਿਆਂ ਹੀ ਪ੍ਰਧਾਨ ਪੁਰੋਹਿਤਾਂ ਨੇ ਜਨਤਾ ਦੇ ਨੇਤਾਵਾਂ, ਧਰਮ ਗ੍ਰੰਥੀਆਂ ਨਾਲ ਅਤੇ ਸਾਰੀ ਸਭਾ ਦੇ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਉਹਨਾਂ ਨੇ ਯਿਸੂ ਨੂੰ ਬੰਨ੍ਹਿਆ ਅਤੇ ਉਸ ਨੂੰ ਲੈ ਗਏ ਅਤੇ ਪਿਲਾਤੁਸ ਦੇ ਹਵਾਲੇ ਕਰ ਦਿੱਤਾ। ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, ਕੀ ਤੂੰ ਯਹੂਦੀਆਂ ਦਾ ਰਾਜਾ ਹੈ? ਉਸਨੇ ਉੱਤਰ ਦਿੱਤਾ, ਤੁਸੀਂ ਇਹ ਆਪ ਹੀ ਕਿਹਾ ਹੈ। ਤਦ ਪ੍ਰਧਾਨ ਪੁਰੋਹਿਤਾਂ ਨੇ ਉਸ ਉੱਤੇ ਬਹੁਤ ਸਾਰੇ ਦੋਸ਼ ਲਾਏ। ਪਿਲਾਤੁਸ ਨੇ ਫਿਰ ਉਸ ਨੂੰ ਪੁੱਛਿਆ, ਕੀ ਤੁਹਾਡਾ ਕੋਈ ਜਵਾਬ ਨਹੀਂ? ਵੇਖੋ, ਇਹ ਲੋਕ ਤੁਹਾਡੇ ਉੱਤੇ ਕਿੰਨੇ ਦੋਸ਼ ਲਾ ਰਹੇ ਹਨ। ਪਰ ਯਿਸੂ ਨੇ ਅੱਗੋਂ ਹੋਰ ਕੋਈ ਉੱਤਰ ਨਾ ਦਿੱਤਾ ਅਤੇ ਇਸ ਉੱਤੇ ਪਿਲਾਤੁਸ ਹੈਰਾਨ ਹੋਇਆ। ਤਿਉਹਾਰ ਦੇ ਮੌਕੇ ਤੇ ਰਾਜਪਾਲ ਲੋਕਾਂ ਦੀ ਇੱਛਾ ਅਨੁਸਾਰ ਕਿਸੇ ਇੱਕ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ। ਉਸ ਸਮੇਂ ਕੈਦ ਵਿੱਚ ਵਿਦਰੋਹ ਕਰਨ ਵਾਲੀਆਂ ਇਕਾਈਆਂ ਵਿੱਚ ਬਰਾਬਾਸ ਨਾਮ ਦਾ ਇੱਕ ਆਦਮੀ ਸੀ, ਜਿਸ ਨੇ ਬਹਾਵਤ ਦੇ ਸਮੇਂ ਖੂਨ ਕੀਤਾ ਸੀ। ਫਿਰ ਆ ਕੇ ਪਿਲਾਤੁਸ ਤੋਂ ਇਹ ਮੰਨ ਕਰਨ ਲੱਗੀ ਕਿ ਉਹ ਉਹਨਾਂ ਲਈ ਉਸਦੇ ਦਸਤੂਰ ਅਨੁਸਾਰ ਕਰੇ। ਤਦ ਉੱਤਰ ਵਿੱਚ ਉਸਨੇ ਉਹਨਾਂ ਨੂੰ ਕਿਹਾ, ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਰਿਹਾ ਕਰਾਂ? ਕਿਉਂਕਿ ਉਹ ਇਹ ਸਮਝ ਗਿਆ ਸੀ ਕਿ ਪ੍ਰਧਾਨ ਪੁਰੋਹਿਤਾਂ ਨੇ ਈਰਖਾ ਦੇ ਕਾਰਨ ਯਿਸੂ ਨੂੰ ਫੜਵਾਇਆ ਹੈ। ਪਰ ਪ੍ਰਧਾਨ ਪੁਰੋਹਿਤਾਂ ਨੇ ਲੋਕਾਂ ਨੂੰ ਫੜਕਾਇਆ ਕਿ ਉਹ ਯਿਸੂ ਦੀ ਥਾਂ ਬਰਾਬਾਸ ਦੀ ਰਿਹਾਈ ਲਈ ਮੰਨ ਕਰਨ। ਪਿਲਾਤੁਸ ਨੇ ਫਿਰ ਉਹਨਾਂ ਨੂੰ ਕਿਹਾ, ਫਿਰ ਮੈਂ ਇਸ ਆਦਮੀ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਆਖਦੇ ਹੋ? ਉਹਨਾਂ ਨੇ ਉੱਚੀ ਆਵਾਜ਼ ਨਾਲ ਕਿਹਾ, ਇਸ ਨੂੰ ਸਲੀਬ ਦਿਓ। ਤਦ ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਕਿਉਂ? ਇਸ ਨੇ ਕਿਹੜੀ ਬੁਰਾਈ ਕੀਤੀ ਹੈ? ਪਰ ਉਹ ਹੋਰ ਵੀ ਜ਼ੋਰ ਨਾਲ ਰੌਲਾ ਪਾਉਣ ਲੱਗੇ, ਉਸ ਨੂੰ ਸਲੀਬ ਦਿਓ। ਇਸ ਲਈ ਪਿਲਾਤੁਸ ਨੇ ਲੋਕਾਂ ਨੂੰ ਖੁਸ਼ ਕਰਨ ਲਈ ਉਹਨਾਂ ਲਈ ਬਰਾਬਾਸ ਨੂੰ ਰਿਹਾ ਕਰ ਦਿੱਤਾ ਅਤੇ ਯਿਸੂ ਨੂੰ ਕੋਰਡੇ ਮਾਰਵਾ ਕੇ ਸਲੀਬ ਉੱਤੇ ਚੜਾਉਣ ਲਈ ਉਹਨਾਂ ਦੇ ਹਵਾਲੇ ਕਰ ਦਿੱਤਾ। ਸਿਪਾਹੀ ਉਸ ਨੂੰ ਪ੍ਰਟੋਰੀਅਮ ਯਾਨੀ ਰਾਜਪਾਲ ਦੇ ਭਵਨ ਦੇ ਅੰਦਰ ਲੈ ਗਏ ਅਤੇ ਉਹਨਾਂ ਨੇ ਸਾਰੀ ਪਲਟਨ ਉੱਥੇ ਇਕੱਠੀ ਕਰ ਲਈ। ਉਹਨਾਂ ਨੇ ਯਿਸੂ ਨੂੰ ਇੱਕ ਗੁਲਨਾਰੀ ਚੋਗਾ ਸ਼ਾਰੀ ਲਿਬਾਨ ਪਹਿਨਾਇਆ ਅਤੇ ਕੰਡਿਆਂ ਦਾ ਤਾਜ ਗੁੰਦ ਕੇ ਉਸਦੇ ਸਿਰ ਉੱਤੇ ਰੱਖਿਆ। ਫਿਰ ਉਹ ਉਸ ਨੂੰ
ਸਲਾਮੀ ਦੇਣ ਲੱਗੇ। ਯਹੂਦੀਆਂ ਦੇ ਰਾਜਾ ਦੀ ਜੈ ਹੋ। ਉਹਨਾਂ ਨੇ ਕਾਨਾ ਲੈ ਕੇ ਉਸ ਦੇ ਸਿਰ ਉੱਤੇ ਮਾਰਿਆ ਅਤੇ ਉਸ ਉੱਤੇ ਥੁੱਕਿਆ ਅਤੇ ਸਨਮਾਨ ਵਜੋਂ ਉਸ ਦੇ ਅੱਗੇ ਗੋਡੇ ਠੋਕੇ। ਜਦੋਂ ਉਸ ਦਾ ਰੱਜ ਕੇ ਮਖੌਲ ਉਡਾ ਲਿਆ ਤਾਂ ਉਹਨਾਂ ਨੇ ਉਸ ਤੋਂ ਗੁਲਨਾਰੀ ਚੋਗਾ ਨਾਲ ਲਿਆ ਅਤੇ ਉਸ ਨੂੰ ਉਸ ਦੇ ਆਪਣੇ ਕੱਪੜੇ ਪਵਾਏ। ਫਿਰ ਉਹ ਉਸ ਨੂੰ ਸਲੀਬ ਉੱਤੇ ਚੜਾਉਣ ਲਈ ਲੈ ਗਏ। ਉਹਨਾਂ ਨੇ ਸਾਇਰੀਨ ਨਿਵਾਸੀ ਸਿਮੋਨ ਨਾਮ ਦੇ ਇੱਕ ਰਾਹਗੀਰ ਨੂੰ ਉਸ ਦੀ ਸਲੀਬ ਚੁੱਕ ਕੇ ਲੈ ਜਾਣ ਲਈ ਮਜ਼ਬੂਤ ਕੀਤਾ। ਉਹ ਸਿਕੰਦਰ ਅਤੇ ਰੂਫੁਸ ਦਾ ਪਿਤਾ ਸੀ ਅਤੇ ਰਿਕਾਰਡ ਤੋਂ ਆ ਰਿਹਾ ਸੀ। ਉਹ ਯਿਸੂ ਨੂੰ ਗੋਲਗੋਥਾ ਨਾਮ ਦੀ ਥਾਂ ਉੱਤੇ ਲੈ ਆਏ। ਉੱਥੇ ਉਹਨਾਂ ਨੇ ਉਸ ਨੂੰ ਕੰਦਰਸ ਮਿਲੀ ਅੰਗੂਰੀ ਮਈ ਦਿੱਤੀ, ਪਰ ਉਸਨੇ ਉਹ ਨਾ ਪੀਤੀ। ਫਿਰ ਉਹਨਾਂ ਨੇ ਉਸ ਨੂੰ ਸਲੀਬ ਉੱਤੇ ਚੜਾਇਆ ਅਤੇ ਉਹਨਾਂ ਨੇ ਉਸ ਦੇ ਕੱਪੜਿਆਂ ਉੱਤੇ ਗੁਨਾਹ ਪਾ ਕੇ ਇਹ ਫੈਸਲਾ ਕੀਤਾ ਕਿ ਹਰ ਇੱਕ ਨੂੰ ਕੀ ਮਿਲੇਗਾ ਅਤੇ ਉਸ ਦੇ ਕੱਪੜੇ ਆਪਸ ਵਿੱਚੋਂ ਵੰਡ ਲਏ। ਜਦੋਂ ਉਹਨਾਂ ਨੇ ਉਸ ਨੂੰ ਸਲੀਬ ਉੱਤੇ ਚੜਾਇਆ ਤਾਂ ਉਹ ਦਿਨ ਦੀ ਤੀਜੀ ਕੜੀ ਸੀ। ਉਸ ਦੇ ਖਿਲਾਫ ਦੋਸ਼ ਪੱਤਰ ਤੇ ਇਹ ਲਿਖਿਆ ਹੋਇਆ ਸੀ, ਯਹੂਦੀਆਂ ਦਾ ਰਾਜਾ। ਯਿਸੂ ਦੇ ਨਾਲ ਉਹਨਾਂ ਨੇ ਦੋ ਹੋਰ ਡਾਕੂਆਂ ਨੂੰ ਸਲੀਬਾਂ ਉੱਤੇ ਚੜਾਇਆ ਸੀ, ਇੱਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਉਸ ਦੇ ਖੱਬੇ ਪਾਸੇ, ਤਾਂ ਜੋ ਲਿਖਤਾਂ ਪੂਰੀਆਂ ਹੋਣ ਕਿ ਉਸ ਦੀ ਗਿਣਤੀ ਅਪਰਾਧੀਆਂ ਵਿੱਚੋਂ ਕੀਤੀ ਗਈ। ਜੋ ਲੋਕ ਉੱਥੋਂ ਦੀ ਆਉਂਦੇ ਜਾਂਦੇ ਸਨ, ਉਹਨਾਂ ਨੇ ਆਪਣੇ ਸਿਰ ਹਿਲਾਉਂਦੇ ਹੋਏ ਅਤੇ ਇਹ ਕਹਿੰਦੇ ਹੋਏ ਉਸ ਦੀ ਨਿੰਦਾ ਕੀਤੀ, ਵਾਹ! ਹੈਕਲ ਨੂੰ ਢਾਉਣ ਵਾਲੇ ਅਤੇ 3 ਦਿਨਾਂ ਵਿੱਚ ਫਿਰ ਬਣਾਉਣ ਵਾਲੇ, ਆਪਣੇ ਆਪ ਨੂੰ ਬਚਾ ਅਤੇ ਸਲੀਬ ਉੱਤੋਂ ਥੱਲੇ ਉਤਰ ਆ। ਇਸੇ ਤਰ੍ਹਾਂ ਪ੍ਰਧਾਨ ਪੁਰੋਹਿਤਾਂ ਨੇ ਵੀ ਧਰਮ ਗ੍ਰੰਥੀਆਂ ਦੇ ਨਾਲ ਰਲ ਕੇ ਇਹ ਕਹਿੰਦੇ ਹੋਏ ਉਸ ਦਾ ਮਖੌਲ ਉਡਾਇਆ। ਇਸ ਨੇ ਦੂਜਿਆਂ ਨੂੰ ਬਚਾਇਆ, ਇਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਮਸੀਹ ਇਸਰਾਇਲ ਦਾ ਰਾਜਾ ਹੁਣ ਸਲੀਬ ਤੋਂ ਥੱਲੇ ਉਤਰ ਆਵੇ ਤਾਂ ਜੋ ਅਸੀਂ ਵੇਖੀਏ ਅਤੇ ਮੰਨੀਏ। ਉਸ ਦੇ ਨਾਲ ਜੋ ਸਲੀਬ ਉੱਤੇ ਚੜਾਏ ਗਏ ਸਨ ਉਹ ਵੀ ਉਸ ਨੂੰ ਤਾਨੇ ਦਿੰਦੇ ਸਨ। ਜਦੋਂ ਛੇਵੀਂ ਕੜੀ ਹੋਈ, ਸਾਰੀ ਧਰਤੀ ਉੱਤੇ ਹਨੇਰਾ ਛਾ ਗਿਆ ਅਤੇ 9ਵੀਂ ਕੜੀ ਤੱਕ ਰਿਹਾ ਅਤੇ 9ਵੀਂ ਕੜੀ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ, एलोई एलोई लामा सबक्तानी, अर्थात मेरे खुदा तू मैनू क्यों छड़ दिता है। ਉੱਥੇ ਖੜੇ ਕੁਝ ਲੋਕਾਂ ਨੇ ਇਹ ਸੁਣ ਕੇ ਕਹਾ, ਵੇਖੋ ਇਹ ਏਲੀਆ ਨੂੰ ਪੁਕਾਰ ਰਿਹਾ ਹੈ। ਪਰ ਇੱਕ ਆਦਮੀ ਨੇ ਦੌੜ ਕੇ ਇੱਕ ਸਪੰਜ ਨੂੰ ਸਿਰਕੇ ਵਿੱਚ ਡੁਬੋਇਆ, ਉਸ ਨੂੰ ਇੱਕ ਕਾਨੇ ਉੱਤੇ ਰੱਖਿਆ ਅਤੇ ਇਹ ਕਹਿੰਦੇ ਹੋਏ ਉਸ ਨੂੰ ਪੀਣ ਲਈ ਦਿੱਤਾ। ਠਹਿਰੋ, ਵੇਖਦੇ ਹਾਂ ਕਿ ਏਲੀਆ ਇਸ ਨੂੰ ਥੱਲੇ ਉਤਾਰਨ ਲਈ ਆਉਂਦਾ ਹੈ ਜਾਂ ਨਹੀਂ। ਤਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ ਅਤੇ ਆਪਣੀ ਜਾਨ ਦੇ ਦਿੱਤੀ।
ਕੁਝ ਸਮੇਂ ਲਈ ਅਸੀਂ ਗੋਡੇ ਟੇਕ ਕੇ ਮੌਨ ਰਹਿ ਕੇ ਪ੍ਰਭੂ ਦੀ ਸਜਦਾ ਕਰੀਏ। ਅਸੀਂ ਖੜੇ ਹੋ ਜਾਵਾਂਗੇ। ਉਸੇ ਵੇਲੇ ਹੈਕਲ ਦਾ ਪਰਦਾ ਉੱਪਰੋਂ ਹੇਠਾਂ ਤੱਕ ਫਟ ਕੇ 2 ਟੁਕੜੇ ਹੋ ਗਿਆ। ਸੂਬੇਦਾਰ ਨੇ ਜੋ ਉਸ ਦੇ ਸਾਹਮਣੇ ਖੜਾ ਸੀ, ਜਦੋਂ ਉਸ ਨੂੰ ਇਸ ਤਰ੍ਹਾਂ ਦਸ ਤੋੜਦੇ ਵੇਖਿਆ ਤਾਂ ਉਸਨੇ ਕਹਾ, ਸੱਚਮੁੱਚ ਇਹ ਆਦਮੀ ਖੁਦਾ ਦਾ ਪੁੱਤਰ ਸੀ। ਉੱਥੇ ਕੁਝ ਔਰਤਾਂ ਵੀ ਸਨ ਜੋ ਦੂਰੋਂ ਇਹ ਸਭ ਵੇਖ ਰਹੀਆਂ ਸਨ। ਉਹਨਾਂ ਵਿੱਚ ਮਰੀਅਮ ਮਗਦਲਿਨੀ, ਛੋਟੇ ਯਾਕੂਬ ਅਤੇ ਯੋਹਨ ਦੀ ਮਾਤਾ ਮਰੀਅਮ ਅਤੇ ਸਲੋਮੀ ਸਨ, ਜੋ ਜਦੋਂ ਯਿਸੂ ਗਲੀਲ ਵਿੱਚ ਸੀ ਉਸ ਦੇ ਪਿੱਛੇ ਚਲਦੀਆਂ ਅਤੇ ਉਸ ਦੀ ਸੇਵਾ ਵਿੱਚ ਚੀਜ਼ਾਂ ਵਸਤਾਂ ਦਿੰਦੀਆਂ ਹੁੰਦੀਆਂ ਸਨ। ਉੱਥੇ ਹੋਰ ਵੀ ਬਹੁਤ ਸਾਰੀਆਂ ਔਰਤਾਂ ਸਨ ਜਿਹੜੀਆਂ ਯਿਸੂ ਦੇ ਨਾਲ ਯਰੂਸ਼ਲਮ ਤੱਕ ਆਇਆ ਸਨ। ਹੁਣ ਸ਼ਾਮ ਹੋ ਗਈ ਸੀ ਅਤੇ ਉਹ ਤਿਆਰੀ ਦਾ ਦਿਨ ਸੀ, ਯਾਨੀ ਸਬਤ ਤੋਂ ਪਹਿਲਾ ਦਾ ਦਿਨ। ਇਸ ਲਈ ਅਰਿਮਥਿਆ ਦਾ ਯੂਸਫ, ਜੋ ਸਨਹੇਦਰੀਨ ਸਭਾ ਦਾ ਇੱਕ ਮੰਨਿਆ ਪਰਮੰਨਿਆ ਸਦੱਸੀ ਅਤੇ ਜੋ ਖੁਦਾ ਦੇ ਰਾਜ ਦੇ ਆਉਣ ਦੀ ਉਡੀਕ ਵਿੱਚ ਸੀ, ਹਿੰਮਤ ਕਰਕੇ ਪਿਲਾਤੁਸ ਦੇ ਕੋਲ ਗਿਆ ਅਤੇ ਯਿਸੂ ਦੀ ਦੇਹ ਮੰਗੀ। ਪਿਲਾਤੁਸ ਹੈਰਾਨ ਹੋਇਆ ਕਿ ਉਹ ਇੰਨੀ ਛੇਤੀ ਮਰ ਗਿਆ ਹੈ। ਉਸਨੇ ਸੂਬੇਦਾਰ ਨੂੰ ਸੱਦ ਕੇ ਉਸ ਤੋਂ ਪੁੱਛਿਆ ਕਿ ਕੀ ਉਹ ਹੁਣ ਮਰ ਚੁੱਕਿਆ ਹੈ ਜਾਂ ਨਹੀਂ। ਜਦੋਂ ਉਸਨੇ ਸੂਬੇਦਾਰ ਤੋਂ ਪਤਾ ਲਗਾ ਲਿਆ ਕਿ ਉਹ ਪਹਿਲਾਂ ਹੀ ਮਰ ਗਿਆ ਹੈ, ਤਾਂ ਉਸਨੇ ਦੇਹ ਯੂਸਫ ਨੂੰ ਦਿੱਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ। ਯੂਸਫ ਮਲਮਲ ਦਾ ਕਫਨ ਖਰੀਦ ਲਿਆਇਆ ਅਤੇ ਯਿਸੂ ਨੂੰ ਸਲੀਬ ਤੋਂ ਥੱਲੇ ਲਾ ਕੇ ਮਲਮਲ ਦੇ ਕਫਨ ਵਿੱਚ ਲਪੇਟ ਕੇ ਕਬਰ ਵਿੱਚ ਰੱਖ ਦਿੱਤਾ, ਜੋ ਚਟਾਨ ਵਿੱਚ ਖੁਦਵਾਈ ਹੋਈ ਸੀ। ਉਸਨੇ ਕਬਰ ਦੇ ਬੂਹੇ ਤੇ ਇੱਕ ਪੱਥਰ ਰੇੜ ਕੇ ਰੱਖ ਦਿੱਤਾ। ਮਰੀਅਮ ਮਗਦਲਿਨੀ ਅਤੇ ਯੋਸੇਸ ਦੀ ਮਾਂ ਮਰੀਅਮ ਨੇ ਇਹ ਵੇਖ ਲਿਆ ਕਿ ਯਿਸੂ ਨੂੰ ਕਿੱਥੇ ਰੱਖਿਆ ਗਿਆ ਹੈ। ਇਹ ਪ੍ਰਭੂ ਯਿਸੂ ਦਾ ਦੁੱਖ ਭੋਗ ਦਾ ਵਰਣਨ ਹੈ ਸੰਤ ਮਰਕਸ ਦੇ ਅਨੁਸਾਰ। ਤੇਰੀ ਮਹਿਮਾ ਹੋਵੇ ਏ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਜਿਵੇਂ ਸਾਨੂੰ ਪਾਕ ਹਫ਼ਤੇ ਦੇ ਵਿੱਚ ਪ੍ਰਵੇਸ਼ ਕਰਨ ਦੀ ਇਹ ਮੌਕਾ ਮਿਲਿਆ ਹੈ, ਉਸ ਦੇ ਨਾਲ ਨਾਲ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡਾ ਜੋ ਪ੍ਰਾਰਥਨਾ ਬੰਦਗੀ ਹੈ ਹੁਣ ਆਨਲਾਈਨ ਦੇ ਰਾਹੀਂ
घर बैठ के ਇਹਦੇ ਵਿੱਚ भाग लेना है। जो कोरोना वायरस है ज़्यादा खतरनाक होने के कारण ऐसे चांस लेने का कोई मतलब नहीं है। जो सरकार ने आदेश दिंदा है उसकी पालना करना चाहिए है। मास्क पहनना है ਅਤੇ दूरी रखना चाहिए है। तो प्रार्थना बंदगी दे विच 20 तो ज़्यादा लोग इकट्ठे नहीं हो सकता है। ਅਤੇ ਉਹਦੇ जुर्माना है 10,000 जो इकट्ठे होंदा है। तो इसी करके ऑनलाइन के माध्यम के राही असी सारे प्रार्थना भवन टीवी ਅਤੇ मरियम धाम की जो फेसबुक की जो है इन्हां दे जरिए असी इस पाक हफ्ते की प्रोग्राम दे विच भाग लवांगे। आज दे जो पवित्र वचन है प्रभु यीशु दे दुख भोग नूं असी मरकुस दे अनुसार लिखिया होया वर्णन जो है असी इनू सुनिया है। ਇਹਦੇ ਵਿੱਚ ਅਸੀਂ ਬਾਕੀ ਜੋ ਐਸਇਆ ਨਬੀ ਦੇ ਅਤੇ ਸੰਤ ਪੌਲਸ ਦੇ ਚਿੱਠੀ ਦੇ ਵਿੱਚੋਂ ਵੀ ਅਸੀਂ ਸੁਣਿਆ ਹੈ ਕਿ ਕਿਸ ਤਰੀਕੇ ਦੇ ਨਾਲ ਮਸੀਹਾ ਸਾਨੂੰ ਬਚਾਉਣ ਲਈ, ਸਾਰੇ ਮਾਨਵ ਜਾਤੀ ਨੂੰ ਬਚਾਉਣ ਦੇ ਲਈ ਉਸਨੇ ਮਨੁੱਖ ਜਾਤੀ ਦੀ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ ਹੈ। साढ़े पापां दे लई उसने कुफारा चुकिया। पर जदों प्रभु यीशु इसी तरह साढ़े लई पापां दे लई कुफारा चुकिया, ਉਹਦੇ ਵਿੱਚ हर किसी दी योगदान है। प्रभु यीशु ये जानता सी कि ये सब लोगों दी पापां दे लई कुफारा है। ਇਹਦੇ करके ही उसने आया सी। भावें प्रभु ये पूछेगा कि प्रभु पिताजी मैनू इस घड़ी तो बचाओ, पर मैं इसी घड़ी दे लिए आया अते इसनू पूरा करना जो मेरे पिता की मर्जी है, यही है मेरी इच्छा। पर ਇਹਦੇ ਵਿੱਚ सहयोग देने वाले बहुत सारे लोग हैं। मसीह दे कुर्बानी दे विच सहयोग देने वाला कुछ लोग पॉजिटिवली ਉਹਦੇ नाल खड़े हुंदे ने, जिवें कि मां मरियम, कुछ औरतां, प्रभु यीशु दे चेलियां दे विच कुछ लोग जो उन्हां दे नाल चलदा है अते जो वापरदा है उन्हां नूं समझ में नहीं आउणगे ਜਦੋਂ तक उपरों परमेश्वर की रोशनी उन्होंने दिमाग के विच नहीं पहुँचता है। ਅਤੇ ਪੰਦਕੁਸਤਾ ਦੇ त्यौहार ਦੇ ਤੋਂ बाद ही उन्होंने समझ आउणगे जो कुछ वापरिया है। प्रभु यीशु चेलियां नूं पुनरुत्थान तो बाद उन्होंने दिमाग नूं खोलणगे। ये जिहड़ियां गल्लां एसया नबी दे राही जो लिखिया गया है इन्हां दे अर्थ उन्हें समझाएगा, तद उन्हें समझ में आउणगे। इस दे नाल होर भी बहुत सारे लोग हैं जो प्रभु यीशु की कुर्बानी दे विच शरीक होया है। ਉਹਦੇ विच पहली जगह है जो महापुरोहित लोग है, यरूशलेम दे जो नेता लोग है, पिलातुस है, यहूदा इस्करियोता है जो प्रभु दे चेलियां दे 12 चेलियां दे विचों एक सी। अते यहूदियां दे महापुरोहितां दे नाल सेवा करन वाले बहुत सारे लोग, ते पिलातुस दे ते रोम दी जो सिपाही है, ये सब इस कुर्बानी नूं मुकम्मल करन दे विच मदद कीता है। आखिर दे विच वो जो सेना दी अधिकारी है
ਉਹ ਇਹ ਸਭ ਕੁਝ ਜੋ ਦੇਖ ਰਿਹਾ ਸੀ ਉਹ ਕਹਿਣਗੇ ਕਿ ਸੱਚਮੁੱਚ ਇਹ ਖੁਦਾ ਦਾ ਪੁੱਤਰ ਸੀ। इसी तरह उसनो पता चलिया तो उसने मान लिया कि ये सचमुच ये आदमी खुदा दा पुत्र सी। वो कहता है क्योंकि जिस तरीके दे नाल प्रभु यीशु ये सारे प्रोग्राम दे विच उन्हां दे जो रिएक्शन है, किस तरीके दे नाल प्रभु यीशु ने ये सामना किया है, ये कोई इंसान इसी तरीके दे नाल सामना कर नहीं सकता है। जदों उसनों सूली ते चढ़ाया गया किला नाल लगा के, उत्थों वो खुदा बाप दे अगे बेनती करता है, हे पिता जी इन्हां नूं माफ़ कर दिओ क्योंकि ये नहीं जानते कि ये की कर रहे हैं। ये सुन के ही उस अधिकारी दे दिमाग खुल जाता है कि ये सच में खुदा दा पुत्र है। दसिया जाता है कि उसनो उस समय तो भी जो विश्वास है जो मिलिया है, मसीह दे चेले बनन दा मौका मिलिया। इसी तरह है जो दो और लोग जो यीशु मसीह दे नाल सूली ते चढ़ाया गया सी, ਉਹਦੇ ਵਿੱਚੋਂ एक ने आखिरी घड़ी ਦੇ ਵਿੱਚ प्रभु तो जीवन पावन गए। ਅੱਜ ਸਾਨੂੰ देखना है कि ਅਸੀਂ ਇਹ ਹਫਤਾ ਜਿਹੜੀ है पाक हफ्ता है, पवित्र हफ्ता है। कलीसिया सानू समझाउंदा है कि पाक हफ्ते दे विच पाक मास की कुर्बानी दे विच भाग लेना है, इतराफ़ करके पाक शराकत लेना है, क्योंकि ये साडे मुक्ति दियां भेदा है जिस उत्ते असी मनन चिंतन कर रहे हाँ। किस तरीके दे नाल मसीहा ने सानू बचाया है, शैतान दी कब्जे विचों उसने किस तरह सानू छुड़ाया है। संत पतरस ते पौलुस दे बारे कहणगे उसने मुल दे के सानू खरीदा है, अपने खून दे नाल उसने सानू खरीद लिया है। अते इसी करके ये जो जीवन सानू मिलिया, मुक्ति जो साडे लई सब लोकां दे लई प्रभु यीशु ने अपनाया है, इसनू प्राप्त करना ये साडे अपनी जिम्मेवारी है। अते इसनू बाकी सब लोकां तक पहुँचाना ये भी साडी जिम्मेवारी है। जो प्रभु यीशु चेलियां नूं कल्लणगे, जाओ सब लोकां नूं ये सुसमाचार सुनावो। साडे समय विच भी असी जिस तरह ये सुनते हाँ, मसीहा ने किस तरीके नाल साडे लई स्वर्ग तो उतर के संसार दे विच आए, एक औरत तो जन्म लिया, मनुखी शरीर दे विच आए अते इसे शरीर दे विच पापां दे लई सजा भोगिया अते मर के फिर जिंदा हो के सानू मुक्ति दिता है। साडे समय विच भी यीशु मसीह दे कुर्बानी दे समय जेड़े लोकी जिस तरीके नाल प्रभु यीशु दे नाल चलिया है, तकरीबन उसी तरीके नाल भी साडे विचों भी बहुत लोग चलदा है। कुछ लोग है जो माँ मरियम ते उन्हां औरतां दी तरह प्रभु यीशु दे वचन नूं सुन के उसनूं सारे दिल दे नाल प्यार करदे होए उहदे नाल चलदा है। कुछ है जो 12 चेलियां दी तरह प्रभु यीशु मसीह दे पिछे लगा है, उहदे गल्लां वल ध्यान दिंदा है, भावे ज़्यादा कुछ समझ में नहीं आउंदा है, थकावट के कारण नींद आउंदा है, ये सारा कुछ होंदे हुए भी वो प्रभु यीशु दे नाल है अते वो प्रभु यीशु जिस मकसद लई आया है उस दे पूरा होने दे इंतज़ार दे विच है। इस दे नाल ही
एक है मौका लभण वाला कि इसनों मैं किस तरह फड़ावा, किहड़ा मौका है इसनों फड़ाउण दा। इसी तरह फड़ाउण दे खोज विच रहन वाले भी है। प्रभु यीशु नूं फड़ के उसनों सताउण वाला, मारन वाला, धूकन वाला, उसनों सवाल पुछ के उसनों चैलेंज चुनौती देना, तू खुदा है तो उत्तर के आओ, हुण दसो कि कौन तेनों मारा है। इसी तरह बिना सोचे समझे मसीह नूं धमकी देण वाले ਅਤੇ ਉਹਨਾਂ ਦੇ ਨਾਲ ਬੁਰਾ ਵਿਵਹਾਰ ਕਰਨ ਵਾਲੇ ਵੀ ਬਹੁਤ ਹੈ। ਤੇ ਅਸੀਂ ਸੋਚੇਗਾ ਕਿ ਅਸੀਂ ਇਹਨਾਂ ਦੇ ਵਿੱਚ ਕਿਹੜੇ ਪਾਸੇ ਹਾਂ। ਅਸੀਂ ਸਮਝ ਸਕਦੇ ਹਾਂ ਕਿ ਕਿਤਨੇ ਵਾਰੀ ਅਸੀਂ ਉਹਨੂੰ ਧੋਖਾ ਦਿੰਦੇ ਹਾਂ। ਅਸੀਂ ਯਹੂਦਾ ਇਸਕਰੀਓਤਾ ਦੇ ਬਾਰੇ ਸੋਚੇਗਾ ਤੇ ਉਸਨੇ अपने गुरु ਨੂੰ ਉਹਨੇ ਫੜਾਇਆ ਹੈ थोड़ी सी लालच करके पैसा कमाने की। तो शायद ये सोचते हुए कि वो जेकर मसीहा है तो बच जाएगा, तो पैसा भी हो जाएगा। कि ये यहूदा इस्करियोता साडे विचकार नहीं है कि जदों मसीह उसे मसीह नूं धोखा देंदे हाँ थोड़ी सी लालच करके, थोड़ी सी अपने मतलब दे लई कि साडे विचों भी बहुत नहीं है जो थुकदा है, मूँह ते थुकदा है, चपेड़ा मारदा है। जदों मसीह एक दूसरे दे खिलाफ जदों गल्लां करदा है, एक दूसरे दे खिलाफ जदों लड़ाई झगड़ा बनाई रखदा है, माफ़ नहीं करदा है। आंड गवांड अपने दुश्मनी कई सालां तो इसे चलते रहता है, दोवे है मसीह है पर फिर भी आपस विच प्यार नहीं, एकता नहीं, धोखा देने की सोच ही रहा है। इसी तरह जो मौका आवेगा इसनों मार दियो, इसनों सलीब दियो, इसनों सलीब दियो, पुकारने वाले, इसका मतलब यही है असी अपने आप नूं धर्मी समझ के इधर बैठ के यहूदी लोकां नूं, रोमी सेना नूं अते यहूदा इस्करियोतियां नूं दोषी नहीं ठहरा सकते हैं, क्योंकि वो सब असी हाँ। हो सकता है कदी कदी असी उन्हां औरतां दी तरह कुछ भगती दिखाउंदा है, पर की ये वफादारी दे नाल लगातार चलन वाले हैं या ये थोड़ी समय दे लई ही हैं, अपना जान बचाउण लई नटन वाले हैं। कुछ समय असी दाऊद दे पुत्र दी जय हो करके जय जयकार करेंगे, वो खत्म होने तो पहला ही इसनों मार दियो करके फिर ललकारा करनगे। तो सानू ये इन्हां गल्लां नूं समझना चाहिए है। साडे जो जीवन है, जिस तरीके दे नाल मसीह दे विच साडे जो नया जीवन शुरू हुंदा है, ये मसीह दे विच बड़ी हलीमी दे नाल सब लोकां नूं बचाव दे लई मसीह दे नाल चलण दे जीवन है। असी अपने आप नूं उन्हां सब लोकां दे नाल कदी कदी जेकर देखते हाँ, अनुभव करते हाँ कि हाँ मैं उन्हां दी तरह इस तरह कदी कदी इस तरह भी हो जाता है। कि सानू ये भी सोचना चाहिए कि कदी असी प्रभु यीशु मसीह दे जगह ते खड़े होके जिस तरह उसने कीता सी, उसने सामना कीता सी, उसी तरह करन दी कोशिश करते हाँ। यह है हर मसीह दे लई चुनौती। बाकी सारे कुछ असी करते रहते हाँ, पर मसीह की तरह बनना, मां मरियम की तरह की जो व्यवहार है इसनों अपनाना, ये साडे लई चुनौती है। जेकर मसीह की वो जगह असी अपनाउणगे
ਮਾਂ ਮਰੀਅਮ ਦੀ ਉਹ ਜਗ੍ਹਾ ਅਸੀਂ ਅਪਣਾਵਾਂਗੇ, ਫਿਰ ਅਸੀਂ ਵੀ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੀ ਕੰਮ ਦੇ ਵਿੱਚ ਸਹਿਯੋਗੀ ਬਣਨਗੇ। ਮਾਰਨ ਦੇ ਵਿੱਚ ਨਹੀਂ, ਬਚਾਉਣ ਦੇ ਕੰਮ ਦੇ ਵਿੱਚ ਸਹਿਯੋਗੀ ਬਣੇਗਾ। ਅਸੀਂ ਅੱਜ ਇਸੇ ਕਰਕੇ ਵਿਸ਼ੇਸ਼ ਕਰਕੇ ਪ੍ਰਭੂ ਤੋਂ ਮਦਦ ਮੰਗੀਏ ਕਿ ਅਸੀਂ ਉਹਨਾਂ ਸਭ ਦੇ ਵਿੱਚ ਨਹੀਂ ਰਹਿਣ ਭਾਵੇਂ ਅਸੀਂ ਪਿੱਛੇ ਰਿਹਾ ਹੈ, ਪਰ ਹੁਣ ਤੋਂ ਲੈ ਕੇ ਜਿਵੇਂ ਸੰਤ ਪਤਰਸ ਆਪਣੇ ਪ੍ਰਚਾਰ ਦੇ ਵਿੱਚ ਕਹਿਣਗੇ ਕਿ ਹੁਣ ਤੋਂ ਪਛਤਾਵੋ ਅਤੇ ਮਸੀਹ ਉੱਤੇ ਵਿਸ਼ਵਾਸ ਕਰੋ। ਸੰਤ ਪੌਲਸ ਸਾਨੂੰ ਕਹੇਗਾ ਮਸੀਹ ਨੂੰ ਧਾਰਨ ਕਰੋ, ਤੇ ਮਸੀਹ ਨੂੰ ਧਾਰਨ ਕੀਤਾ ਹੈ ਤਾਂ ਫਿਰ ਮਸੀਹ ਨੂੰ ਧੋਖਾ ਦੇਣ ਦੇ ਲਈ ਨਹੀਂ, ਮਸੀਹ ਨੂੰ ਧਾਰਨ ਕੀਤਾ ਹੈ ਮਸੀਹ ਦੀ ਤਰ੍ਹਾਂ ਬਣਨਾ ਹੈ, ਯਾਨੀ ਦੁਨੀਆ ਦੇ ਲਈ ਕੁਫਾਰਾ ਕਰਨ ਵਾਲੇ ਬਣਨਾ ਚਾਹੀਦਾ ਹੈ। ਦੁਨੀਆ ਦੇ ਪਾਪਾਂ ਦੇ ਲਈ ਕੁਫਾਰਾ ਚੁੱਕਣ ਦੇ ਲਈ ਤਿਆਰ ਹੋਣਾ ਚਾਹੀਦਾ ਹੈ। ਆਪਣੇ ਜ਼ਿੰਦਗੀ ਵਿੱਚ ਆਉਣ ਵਾਲੇ ਹਰ ਦੁੱਖ, ਪਰੇਸ਼ਾਨੀਆਂ, ਤਕਲੀਫਾਂ, ਇਹਨਾਂ ਸਭ ਨੂੰ ਲੈ ਕੇ ਅਸੀਂ ਖੁਦਾ ਦੇ ਅੱਗੇ ਦੁਹਾਈ ਦੇਣਾ, ਪ੍ਰਭੂ ਜੀ ਇਹ ਜੋ ਵੀ ਪਰੇਸ਼ਾਨੀ ਮੈਨੂੰ ਹੈ, ਦੁੱਖ ਤੰਗੀ ਮੈਨੂੰ ਹੈ, ਬਿਮਾਰੀ ਮੈਨੂੰ ਹੈ, ਲੋਕ ਮੈਨੂੰ ਸਤਾਉਂਦਾ ਹੈ, ਇਹਨਾਂ ਸਭ ਨੂੰ ਮੈਂ ਪ੍ਰਭੂ ਯੀਸ਼ੂ ਦੇ ਨਾਲ ਖੁਦਾ ਬਾਪ ਦੇ ਅੱਗੇ ਚੜਾਉਂਦੇ ਹਾਂ। ਇਹਦੇ ਰਾਹੀਂ ਦੁਨੀਆ ਦੇ ਵਿੱਚ ਸ਼ਾਂਤੀ ਆਵੇ, ਲੋਕਾਂ ਨੂੰ ਮੁਕਤੀ ਮਿਲੇ, ਪਾਪ ਦੀ ਜੋ ਰਸਤਾ ਦੇ ਵਿੱਚੋਂ ਲੋਕ ਬਦਲ ਜਾਣ, ਨੌਜਵਾਨ ਲੋਕ ਗਲਤ ਰਾਹ ਤੋਂ ਬਦਲ ਕੇ ਪ੍ਰਭੂ ਦੇ ਰਾਹ ਦੇ ਵਿੱਚ ਆਵਣ, ਪਵਿੱਤਰਤਾ ਨੂੰ ਕਾਇਮ ਰੱਖਣ। ਅਸੀਂ ਆਪਣੇ ਜੋ ਜੀਵਨ ਹੈ ਮਸੀਹ ਦੇ ਨਾਲ ਜੋੜ ਕੇ ਪ੍ਰਾਰਥਨਾਮਈ ਜੀਵਨ ਬਿਤਾਉਣਾ ਚਾਹੀਦਾ ਹੈ। ਤਦ ਸਾਡੀ ਜ਼ਿੰਦਗੀ ਦਾ ਮਤਲਬ ਹੁੰਦਾ ਹੈ, ਮਹੱਤਵ ਹੁੰਦਾ ਹੈ। ਇਸੀ ਤਰ੍ਹਾਂ ਹੀ ਪ੍ਰਭੂ ਨੇ ਸਭ ਲੋਕਾਂ ਨੂੰ ਬੁਲਾਉਂਦਾ ਹੈ, ਮੇਰੇ ਪਿੱਛੇ ਆਵੋ, ਆਪਣੇ ਸਲੀਬ ਚੁੱਕੇ ਮੇਰੇ ਪਿੱਛੇ ਆਵੋ। ਅਸੀਂ ਵਿਸ਼ੇਸ਼ ਕਰਕੇ ਇਸ ਪਾਕ ਹਫ਼ਤੇ ਦੇ ਵਿੱਚ ਭਾਵੇਂ ਆਨਲਾਈਨ ਦੇ ਮਾਧਿਅਮ ਦੇ ਰਾਹੀਂ ਪ੍ਰਾਰਥਨਾ ਭਵਨ TV ਦੇ ਜ਼ਰੀਏ ਤੇ ਮਰੀਅਮ ਧਾਮ ਫੇਸਬੁੱਕ ਲਾਈਵ ਦੇ ਜ਼ਰੀਏ ਇੱਥੋਂ ਜੋ ਪ੍ਰਾਰਥਨਾ ਦੇ ਵਿੱਚ ਭਾਗ ਲੈਂਦਾ ਹੈ, ਆਪਣੇ ਦਿਲੋਂ ਇਸ ਪ੍ਰਾਰਥਨਾ ਦੇ ਵਿੱਚ ਭਾਗ ਲੈ ਕੇ ਪ੍ਰਾਰਥਨਾ ਕਰੀਏ ਕਿ ਪਰਮੇਸ਼ਰ ਦੀ ਕਿਰਪਾ ਸਾਨੂੰ ਵੀ ਤੇ ਸਾਡੇ ਰਾਹੀਂ ਹੋਰ ਬਹੁਤ ਸਾਰੇ ਲੋਕਾਂ ਨੂੰ ਮਿਲ ਜਾਵੇ, ਅਤੇ ਜਿਹੜੇ ਮੁਕਤੀ ਦੇ ਲਈ ਪ੍ਰਭੂ ਯੀਸ਼ੂ ਨੇ ਆਪਣੀ ਜਾਨ ਦੇ ਦਿੱਤਾ ਹੈ ਉਹ ਪੂਰਾ ਹੋ ਜਾਣ ਅਤੇ ਸਭ ਲੋਕਾਂ ਨੂੰ ਜੀਵਨ ਮਿਲਣ। ਅਸੀਂ ਮਨਨ ਚਿੰਤਨ ਕਰਕੇ ਪ੍ਰਾਰਥਨਾ ਕਰੀਏ। ਅਸੀਂ ਖੜੇ ਹੋ ਕੇ ਰਸੂਲਾਂ ਦਾ ਕਲਮਾ ਵਿਸ਼ਵਾਸ ਨੂੰ ਕੋਸ਼ਿਸ਼ ਕਰਾਂਗੇ। ਰਸੂਲਾਂ ਦਾ ਕਲਮਾ, ਮੈਂ ਖੁਦਾ ਤੇ ਮਾਂ ਰੱਖਦਾ ਹਾਂ ਜਿਹੜਾ ਬਾਪ ਪੂਰੀ ਕੁਦਰਤ ਵਾਲਾ, ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਮਾਂ ਰੱਖਦਾ ਹਾਂ ਜਿਹੜਾ ਉਸਦਾ ਇਕਲੌਤਾ ਬੇਟਾ ਸਦਾ ਖੁਦਾ ਹੈ, ਉਹ ਰੂਪਾਂ ਦੀ ਕੁਦਰਤ ਨਾਲ ਕੁਆਰੀ ਮਰੀਮ ਦੇ ਗਰਭ ਵਿੱਚ ਪਿਆ ਤੇ ਉਸ ਤੋਂ ਜੰਮਿਆ, ਉਸਨੇ ਪੈਂਤੀਸ ਪਿਲਾਤੁਸ ਦੇ ਵਿੱਚ ਉਠਾਇਆ, ਸਲੀਬ ਉੱਤੇ ਚਾੜ੍ਹਿਆ ਗਿਆ, ਮਰ ਗਿਆ, ਦਬਿਆ ਗਿਆ, ਬਰਸਤ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਅਸਮਾਨ ਤੇ ਚੜ੍ਹ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ, ਜਿੱਥੋਂ ਜਿਉਂਦਿਆਂ ਮੁਰਦਿਆਂ ਦੀ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਮਾਂ ਰੱਖਦਾ ਹਾਂ ਪਾਕ ਤੇ ਇੱਕ ਪਾਕ ਖਾਤਲੀ ਕਲੀਸਿਆ, ਪਾਕਲਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫੀ, ਜਿਸਮ ਦੇ ਜੀ ਉੱਠਣਾ ਤੇ ਹਮੇਸ਼ਾ ਜ਼ਿੰਦਗੀ ਤੇ ਆਮੀਨ। ਪਿਆਰੇ ਭਰਾਓ ਤੇ ਭੈਣੋ, ਅਸੀਂ ਆਪਣੀਆਂ ਅਤੇ ਕਲੀਸਿਆ ਦੀਆਂ ਸਮਾਜ ਦੀਆਂ ਲੋੜਾਂ ਨੂੰ ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ ਖੁਦਾ ਬਾਪ ਦੇ ਅੱਗੇ ਸੌਂਪਦੇ ਹੋਏ ਆਖੀਏ, ਇਹ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਸੰਤ ਪਾਪਾ ਫਰਾਂਸਿਸ ਅਤੇ ਸਭਨਾ ਥਾਵਾਂ ਦੇ ਬਿਸ਼ਪ ਸਾਹਿਬਾਨ ਦੇ ਲਈ ਦੁਆ ਕਰੀਏ ਕਿ ਕਲੀਸਿਆ ਦੇ ਆਗੂ ਹੋਣ ਦੇ ਨਾਤੇ ਉਹ ਖੁਸ਼ੀ ਅਤੇ ਹਲੀਮੀ ਨਾਲ ਸੇਵਾ ਕਰਦੇ ਰਹਿਣ। ਅਨੁਵਚਨ, ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਡਾਇਸਿਸ ਦੇ ਬਿਸ਼ਪ ਸਾਹਿਬਾਨਾਂ ਅਤੇ ਸਾਰੇ ਫਾਦਰ ਸਾਹਿਬਾਨਾਂ ਦੇ ਲਈ ਦੁਆ ਕਰਦੇ ਹਾਂ ਕਿ ਉਹ ਆਪਣੇ ਨੇਕ ਕੰਮਾਂ ਦੇ ਦੁਆਰਾ
ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਪੰਜਾਬ ਦੇ ਸਾਰੇ ਮਸੀਹੀ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਉਹ ਆਪਣੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੀ ਨਜਾਤ ਬਖਸ਼ਣ ਵਾਲੀ ਸ਼ਕਤੀ ਮਹਿਸੂਸ ਕਰ ਸਕਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਵਿੱਚ ਸ਼ਕਤੀ ਜਾਗਰਤ ਕਰਨ ਲਈ ਸ਼ਰੀਕ ਹੋ ਜਾਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਇੱਥੇ ਹਾਜ਼ਰ ਸਾਰੀ ਸੰਗਤ ਦੇ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਜੋ ਅਸੀਂ ਯੀਸ਼ੂ ਬਾਦਸ਼ਾਹ ਨੂੰ ਆਪਣੀ ਜ਼ਿੰਦਗੀ ਦਾ ਮਾਲਕ ਮੰਨਦੇ ਹੋਏ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਸਕੀਏ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ, ਅਸੀਂ ਆਪਣੇ ਮਸੀਹੀ ਪਰਿਵਾਰਾਂ ਨੂੰ ਤੇਰੇ ਚਰਨਾਂ ਵਿੱਚ ਪੇਸ਼ ਕਰਦੇ ਹਾਂ। ਤੂੰ ਆਪਣੇ ਪਿਆਰ ਨਾਲ ਸਾਰਿਆਂ ਨੂੰ ਛੂਹ ਲੈ ਤਾਂ ਕਿ ਅਸੀਂ ਖੁਦਗਰਜੀ ਅਤੇ ਲਾਲਚ ਦੀ ਭਾਵਨਾ ਛੱਡ ਕੇ ਇੱਕ ਦੂਸਰੇ ਦੀ ਖੁਸ਼ੀ ਨੂੰ ਵਧਾਉਣ ਦੀ ਯਤਨ ਕਰੀਏ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਨਿੱਜੀ ਜ਼ਰੂਰਤਾਂ ਨੂੰ ਪ੍ਰਭੂ ਦੇ ਅੱਗੇ ਸੌਂਪੀਏ। ਪਿਆਰੇ ਖੁਦਾ ਬਾਪ, ਅਸੀਂ ਖਜੂਰੀ ਇਤਵਾਰ ਦੇ ਇਸ ਤਿਉਹਾਰ ਦੇ ਵੇਲੇ ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਤੇਰੇ ਅੱਗੇ ਸੌਂਪਦੇ ਹਾਂ। ਸਾਡੇ 'ਤੇ ਦਇਆ ਕਰ ਪ੍ਰਭੂ ਯੀਸ਼ੂ ਮਸੀਹ ਦੀ ਤਰ੍ਹਾਂ ਸਾਡੇ ਜ਼ਿੰਦਗੀ ਨੂੰ ਵੀ ਹਮੇਸ਼ਾ ਤੇਰੀ ਮਰਜ਼ੀ ਮੁਤਾਬਿਕ ਲੈ ਚੱਲਣ ਦੇ ਲਈ ਸਾਡੀ ਮਦਦ ਕਰ। ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ। ਆਮੀਨ। मेरे प्यारे प्रभु जी, करियो कबूल दान मेरा। मेरे प्यारे प्रभु जी, करियो कबूल दान मेरा। तुसी करियो कबूल दान मेरा। मेरे प्यारे शाफी जी, करियो कबूल दान मेरा। तुसी करियो कबूल दान मेरा। लिया हाँ प्यार अपना रोटी दे रूप विच। लिया हाँ प्यार अपना रोटी दे रूप विच। आत्म समर्पण मेरा दाकरस दे रूप विच। आत्म समर्पण मेरा दाकरस दे रूप विच। मेरी मेहनत दी कमाई, मेरी मेहनत दी कमाई। मेरे प्यारे प्रभु जी, करियो कबूल दान मेरा। तुसी करियो कबूल दान मेरा। मेरे प्यारे शाफी जी, करियो कबूल दान मेरा। तुसी करियो कबूल दान मेरा। कर तब्दील रोटी अपने बदन विच। कर तब्दील रोटी अपने बदन विच। ताकरस बदल है प्रभु अपने तो खून विच। ताकरस बदल है प्रभु अपने तो खून विच। कामा ते शेर हो जावा मैं, कामा ते शेर हो जावा। मेरे प्यारे प्रभु जी,
करियो कबूल दान मेरा, तुसी करियो कबूल दान मेरा। मेरे प्यारे शाफी जी करियो कबूल दान मेरा, तुसी करियो कबूल दान मेरा। तेरा बदन ते लहू जिंदगी देवे मैनू, तेरा बदन ते लहू जिंदगी देवे मैनू। बोझ गुनाह दे तो देवे रेवाई मैनू, बोझ गुनाह दे तो देवे रेवाई मैनू। मैं तिस दिव्य जीवन पावा, मैं तिस दिव्य जीवन पावा। मेरे प्यारे प्रभु जी करियो कबूल दान मेरा, तुसी करियो कबूल दान मेरा। मेरे प्यारे शाफी जी करियो कबूल दान मेरा, तुसी करियो कबूल दान मेरा। प्यारे अपना रोटी दे रूप विच लिया हाँ, प्यारे अपना रोटी दे रूप विच। आत्म समर्पण मेरा दाकरस दे रूप विच, आत्म समर्पण मेरा दाकरस दे रूप विच। मेरी मेहनत दी कमाई, मेरी मेहनत दी कमाई। मेरे प्यारे प्रभु जी करियो कबूल दान मेरा, तुसी करियो कबूल दान मेरा, तुसी करियो कबूल दान मेरा। ਭੈਣ ਤੇ ਭਰਾਓ ਪ੍ਰਾਰਥਨਾ ਕਰਿਓ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਤੋਂ ਵਡਿਆਈ ਲਈ ਨਾਲੇ ਤੇ ਸਾਡੇ ਸਾਰੇ ਪਾਪ ਜਿਸ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ ਤੇਰੇ ਤੋਂ ਉਤਪੰਨ ਇਕਲੌਤੇ ਬੈਠੇ ਦੇ ਦੁੱਖ ਤੇ ਸਿਆਂ ਰਾਹੀ ਤੇਰੇ ਨਾਲ ਸਾਡਾ ਮੇਲ ਮਿਲਾਪ ਹੋਰ ਨਜ਼ਦੀਕ ਹੋਵੇ। ਹਮੇਸ਼ਾ ਲਈ ਇੱਕੋ ਵਾਰ ਕੀਤੀ ਇਸ ਕੁਰਬਾਨੀ ਰਾਹੀ ਅਸੀਂ ਤੇਰੇ ਰਹਿਮ ਦੇ ਅਸਰਦਾਈ ਫਲ ਪਹਿਲਾ ਹੀ ਮਹਿਸੂਸ ਕਰੀਏ। ਭਾਵੇਂ ਸਾਡੇ ਕਰਮ ਇਸ ਦੇ ਲਾਇਕ ਨਾ ਹੋਣ, ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਵੋ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਤੇ ਗਾਲ ਖੁਦਾ ਇਹ ਸੱਚਮੁੱਚ ਸਹੀ ਅਤੇ ਯੋਗ ਹੈ। ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯੀਸ਼ੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਗੁਨਾਹਗਾਰਾਂ ਲਈ ਬੇਗੁਨਾਹ ਮਸੀਹ ਨੇ ਆਜ਼ਾਦ ਮਰਜ਼ੀ ਨਾਲ ਦੁੱਖ ਸਹੇ। ਮਾਸੂਮ ਹੁੰਦਿਆਂ ਹੋਇਆ ਵੀ ਪਾਪੀਆਂ ਨੂੰ ਬਚਾਉਣ ਲਈ ਉਸਨੇ ਮੌਤ ਨੂੰ ਕਬੂਲਿਆ। ਆਪਣੀ ਮੌਤ ਦੇ ਰਾਹੀਂ ਉਸਨੇ ਸਾਡੇ ਪਾਪਾਂ ਨੂੰ ਨਾਸ਼ ਕਰ ਦਿੱਤਾ। ਆਪਣੇ ਜੀ ਉਠਣ ਦੇ ਰਾਹੀਂ ਉਸਨੇ ਸਾਨੂੰ ਜੀਵਨ ਦੀ ਪਾਕੀਜ਼ਗੀ ਵੱਲ ਅਪਣਾਇਆ ਹੈ। ਇਸ ਲਈ ਫਰਿਸ਼ਤਿਆਂ ਮਹਾਫਰਿਸ਼ਤਿਆਂ ਤੇ ਸਾਰੇ ਸੁਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। फरिश्ते गौन सदा खुदावन सदा, खुदावन सदा, खुदावन सदा लश्करां दा खुदा,
खुदावन सदा, खुदावन सदा, खुदावन सदा, लश्करां दा खुदा। पाक 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 खुदावंद है सदा, पाक 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 फरिश्ते गौन सदा। जमीन से माने परिपूर हन, नाले तेरी वडियाइयां। जमीन से माने परिपूर हन, नाले तेरी वडियाइयां। होसाना, होसाना, होसाना। पाक 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 खुदावंद है सदा, पाक 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 फरिश्ते गौन सदा। ओ तन गए जो औंदा खुदा बंदे ना दे, ओ तन गए जो औंदा खुदा बंदे ना दे, ओ तन गए जो औंदा खुदा बंदे ना दे, ओ तन है जो औंदा खुदा बंदे ना दे। होसाना, 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 होसाना। पाक 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 खुदावंद है सदा, पाक 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 फरिश्ते गौन सदा। खुदावन सदा, खुदावन सदा, खुदावन सदा, लश्करां दा खुदा। खुदावन सदा, खुदावन सदा, खुदावन सदा, लश्करां दा खुदा। पाक 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 खुदावंद है सदा, पाक 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 फरिश्ते गौन सदा। ये प्रभु तो सचमुच पवित्र है, तो ये सही है कि तेरी सारी सृष्टि तेरी वडियाई करे। तेरे बैठे साढ़े प्रभु यीशु मसीह दे राही ਅਤੇ ਰੂਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾਈ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲੈਂਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਇਹ ਪ੍ਰਭੂ ਅਸੀਂ ਹਲੀਮੇ ਨਾਲ ਤੇਰੇ ਅੱਗੇ ਮਿਹਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਪਾਕ ਤੇ ਰਾਖੀ ਨਾਨਾ ਸੁਰਾਨੀਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਤੇਰੇ ਬੈਠੇ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਨਾ ਭੇਦਾਨ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦੀ ਆ ਬਰਕਤ ਦਿੱਤੀ। ਰੋਟੀ ਤੋੜੀ ਅਤੇ ਆਪਣੇ ਛੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ऐ मेरे प्रभु, ऐ मेरे परमेश्वर, इस तरह भोजन करने के बाद उसने प्याला लिया तेरा धन्यवाद कर दिया बरकत दी प्याला अपने छेलियां ਨੂੰ ਦਿੱਤਾ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ क्यों जो ये मेरे लहू का प्याला है नवे मते सदीव नेम दा लहू जो तुहाडे ते बहुतियम वास्ते गुनाहां दी माफ़ी ले बहाया जाएगा। मेरी याद विच ये करिया करो। ऐ मेरे प्रभु, ऐ मेरे परमेश्वर, ईमान दा भेद हे प्रभु यीशु तू अपनी
ਇਹ ਪ੍ਰਭੂ ਅਸੀਂ ਤੇਰੇ ਬੈਠੇ ਦੇ ਮੁਕਤੀਗਾਰੀ ਦੁੱਖ ਭੋਗ ਉਸ ਤੇ ਜਲਾਲੀ ਜੀ ਉਠਣ ਅਤੇ ਸੁਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੀ ਆ। ਇਹ ਜੀਵਨ ਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੈਠੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸ ਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣੇ ਹੋਏ ਨਾਲ ਖਾਸ ਕਰਕੇ ਧੰਨ ਕੁਵਾਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਵਾਰੀ ਦੇ ਮੁਬਾਰਕ ਵਰਸੰਦੀ ਯੂਸਫ ਦੇ ਨਾਲ ਤੇਰੇ ਧੰਨ ਰਸੂਲਾਂ ਨਾਲ ਸਜਸੀ ਸ਼ਹੀਦਾਂ ਨਾਲ ਅਤੇ ਤੇਰੇ ਸਾਰੇ ਸੰਦਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਨਾਮ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਇਹ ਪ੍ਰਭੂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮਨ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਦੇ ਲਈ ਸਰਦਾਇਕ ਹੋਵੇ। ਤੋ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ ਆਪਣੇ ਸੇਵਕ ਸਾਡੇ ਸੰਤ ਪਾਪਾ ਫਰਾਂਸਿਸ ਨੂੰ ਸਾਡੇ ਵਿਸ਼ਵ ਸਾਹਿਬਾਨ ਫਰਾਂਗੋ ਅਤੇ ਅਗਨੇਲੋ ਨੂੰ ਕੁੱਲ ਦੁਨੀਆ ਦੇ ਬਿਸ਼ਪਾਂ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੇ ਤੂੰ ਆਪਣਾ ਬਣਾ ਲਿਆ ਹੈ ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਬਾਪ ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰ ਦਿਆ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ ਸਾਡੇ ਪ੍ਰਭੂ ਮਸੀਹ ਦੇ ਰਾਹੀ ਜਿਸ ਰਾਹੀ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕ ਆਮੀਨ। ਅਸੀਂ ਸਾਰੇ ਰਲ ਕੇ ਖੁਦਾ ਦੇ ਰਾਜ ਆਉਣ ਲਈ ਪ੍ਰਾਰਥਨਾ ਕਰੀ ਜਿਵੇਂ ਪ੍ਰਭੂ ਨੇ ਸਾਨੂੰ ਸਿਖਾਇਆ ਹੈ। ਸਾਡੇ ਬਾਪ ਜਿਹੜਾ ਅਸਮਾਨ ਤੇ ਹੈ ਸਾਡੇ ਬਾਪ ਜਿਹੜਾ ਅਸਮਾਨ ਤੇ ਤੇਰਾ ਨਾਮ ਪਾਕ ਸਦਾ ਮੰਨਿਆ ਜਾਵੇ ਤੇਰਾ ਨਾਮ ਪਾਕ ਸਦਾ ਮੰਨਿਆ ਜਾਵੇ ਹੈ ਸਾਡੇ ਬਾਪ ਜਿਹੜਾ ਸਾਡੇ ਬਾਪ ਜਿਹੜਾ ਅਸਮਾਨ ਤੇ ਤੇਰਾ ਰਾਜ ਆਵੇ ਹੋਵੇ ਤੇਰੀ ਮਰਜ਼ੀ ਤੇਰਾ ਰਾਜ ਆਵੇ ਹੋਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਜ਼ਮੀਨ ਤੇ ਹੋਵੇ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਸਭ ਕਸੂਰ ਸਾਨੂੰ ਮਾਫ ਕਰ ਦੇ ਐ ਸਾਡੇ ਬਾਪ ਜਿਹੜਾ ਅਸਮਾਨ ਸਾਡੇ ਬਾਪ ਜਿਹੜਾ ਅਸਮਾਨ ਤੇ ਜਿਵੇਂ ਅਸੀਂ ਆਪਣੇ ਕਸੂਰ ਵਾਲਾਂ ਨੂੰ ਜਿਵੇਂ ਅਸੀਂ ਆਪਣੇ ਕਸੂਰ ਵਾਲਾਂ ਨੂੰ ਉਹਨਾਂ ਦੇ ਕਸੂਰ ਅਸੀਂ ਮਾਫ ਕਰ ਦੇ ਸਾਨੂੰ ਹੈ ਖੁਦਾ ਅਜੇ
ਅਜ਼ਮਾਇਸ਼ ਵਿੱਚ ਨਾ ਪਾ ਸਾਨੂੰ ਏ ਖੁਦਾ ਅਜ਼ਮਾਇਸ਼ ਵਿੱਚ ਨਾ ਪਾ ਇਹ ਸਗੋਂ ਬੁਰਿਆਈ ਤੋਂ ਸਾਨੂੰ ਬਚਾ ਐ ਸਾਡੇ ਪਾਪ ਜਿਹੜਾ ਸੇ ਮੰਗਦੇ ਐ ਸਾਡੇ ਪਾਪ ਜਿਹੜਾ ਸੇ ਮੰਗਦੇ। ये प्रभु से प्रार्थना कर दे हा सब बुराइयां तो सान बचा अपने रहम नाल साडे दिनां विच शांति दे तां जो तेरी दया दी मदद नाल असीं हमेशा गुनाह तो मुक्त रहिए ते हर मुसीबत तो सुरक्षित रहिए जिवें मुबारक उम्मीद रखदे होए असीं यीशु मसीह साडे मुक्तिदाते दे आउण दी उਡੀਕ करदे हां। राज कुदरते प्रताप तेरा है जो राज कुदरती प्रताप तेरा है सदा तो है सदा भी करेगा सदा तो है सदा भी करेगा सदा तो है सदा भी करेगा। प्रभु यीशु मसीहा तो अपने रसूलां नूं आखे मैं तुहानूं शांति दिंदा हां अपनी शांति मैं तुहानूं प्रदान करदा हां तो साडे गुनाहां नूं नहीं सगों अपनी कलीसिया दी मान वेख अते उस नूं अपने मर्जी मुताबिक शांति ते एकता प्रदान कर तू जो जीवदा ते राज करदा है सदा तो सदा तक आमीन। प्रभु दी शांति सदा तुहाडे नाल होवे अते तुहाडी रूह नाल भी होवे। ले खुदा दे तो दुनिया दे गुनाह चुक ले जांदा वे ले खुदा दे ले खुदा दे साडे उते दया करो ले खुदा दे तो दुनिया दे गुनाह चुक ले जांदा वे ले खुदा दे ले खुदा दे साडे उते दया करो ले खुदा दे तू दुनिया दे गुनाह चुक ले जांदा है ले खुदा दे ले खुदा दे सानू शांति प्रदान करो सानू शांति प्रदान करो सानू शांति प्रदान करो। देखो खुदा दी लेला इन वेखो जेड़े संसार दे गुनाह चुगले जांदा है तन है नो जेड़े उसते भोजन दे लई सदे गए हन। हे प्रभु मैं योग नहीं हां कि तू मेरी छाती ले आवे और एक ही वचन कह मेरी रूह चंगी हो जाएगी। दुआ पाक शराकत लैन तो पहला ऐ मुबारक मरियम तेरा प्यारा बेटा रोटी दे रूप विच साडे दिलां विच आउण वाला है सानू बरकत दे ताकि असीं भी तेरे वांगू उस नूं मन्नीए अते प्यार करिए। ऐ संत यूसुफ जिस तरह तू मसीह नूं पालिया उसे तरह सानू भी उस दी सेवा करनी सिखा आमीन। हुण पाक शराकत लैन दा समा है सो मेहरबानी करके सिर्फ उही भैन भरा अगे आके पाक शराकत लैन जो पहला पाक शराकत लैंदे हन अते जिन्हां ने कैथलिक ईमान दे विच बपतिस्मा प्राप्त कीता है अते एक चंगा इतराफ करके अपने आप नूं इस लई तैयार कीता है। अते जो भैन भरा पाक शराकत नहीं लैंदे हन ਜਾਂ पहली बारी गिरजाघर ਵਿੱਚ ਆਏ ਨੇ ਉਹਨਾਂ ਦਾ ਸਵਾਗਤ ਹੈ ਉਹ ਆਪਣੀ ਜਗ੍ਹਾ ਤੇ ਬੈਠ ਕੇ ਪ੍ਰਾਰਥਨਾ ਕਰਨ ਅਤੇ ਭਜਨ ਮੰਡਲੀ ਦੇ ਨਾਲ ਮਿਲ ਕੇ ਪ੍ਰਭੂ ਦੀ ਮਹਿਮਾ ਦੇ ਲਈ ਭਜਨ ਗਾਉਣ।
रूह अपनी नू मेरे नाल कर दे, मेरे नाल कर दे। रूह अपनी नू मेरे नाल कर दे, मेरे नाल कर दे। धो के गुनाह तो नवा कर दे, नवा कर दे। धो के गुनाह तो नवा कर दे, नवा कर दे। रूह अपनी नू मेरे नाल कर दे, मेरे नाल कर दे। रूह अपनी नू मेरे नाल कर दे, मेरे नाल कर दे। धो के गुनाह तो नवा कर दे, नवा कर दे। धो के गुनाह तो नवा कर दे, नवा कर दे। मेरियां खतावां मेरे सामने आवेंदियां, मेरियां खतावां मेरे सामने आवेंदियां। मेरियां खतावां मेरे सामने आवेंदियां, मेरियां खतावां मेरे सामने आवेंदियां। तेरे भले बदन तो रोक दिया रहंदियां, तेरे भले बदन तो रोक दिया रहंदियां। तेरे भले बदन तो रोक दिया रहंदियां, तेरे भले बदन तो रोक दिया रहंदियां। सारियां रुकावटां परा कर दे, परा कर दे। सारियां रुकावटां, सारियां रुकावटां परा कर दे, परा कर दे। रूह अपनी नू मेरे नाल कर दे, मेरे नाल कर दे। रूह अपनी नू मेरे नाल कर दे, मेरे नाल कर दे। धो के गुनाह तो नवा कर दे, नवा कर दे। धो के गुनाह तो नवा कर दे, नवा कर दे। मेरे गुनाहां ते तो दूर कर छड़िया, मेरे गुनाहां ते तो दूर कर छड़िया। मेरे गुनाहां ते तो दूर कर छड़िया, मेरे गुनाहां ते तो दूर कर छड़िया। सुके होए रुख वांगू कल्ला कर छड़िया, सुके होए रुख वांगू कल्ला कर छड़िया, कल्ला कर छड़िया। जिंदगी दा पानी दे हरा कर दे, हरा कर। सब ताड़ियां दे नाल जिंदगी दिल विच आए परमेश्वर दी आराधना करे, ताड़ियां दे नाल परमेश्वर दी आराधना करे। नवा कर दे, जिंदगी दा पानी दे हरा कर दे, हरा कर। रूह अपनी नू, रूह अपनी नू मेरे नाल कर दे, मेरे नाल कर दे। रूह अपनी नू मेरे नाल कर दे, मेरे नाल कर दे। तो के गुनाह तो के गुनाह तो नवा कर दे,
बसा लिया गए तुझको, रूह में समा लिया गए तुझको, दिल में बसा लिया गए तुझको। सब तालियां ना। रूह में समा लिया गए तुझको, तेरी तारीफ हो, तेरी तारीफ हो, तेरी तारीफ हो है यीशु, तेरी तारीफ हो, तेरी तारीफ हो, तेरी तारीफ हो, तेरी तारीफ हो है यीशु। सब तारीफ करे। तेरी तारीफ हो, तेरी तारीफ हो, तेरी तारीफ हो है यीशु, तेरी तारीफ हो, तेरी तारीफ हो, तेरी तारीफ हो, तेरी तारीफ हो है यीशु, तेरी तारीफ हो, तेरी तारीफ हो, तेरी तारीफ हो, तेरी तारीफ हो है यीशु, तेरी तारीफ हो, तेरी तारीफ हो, तेरी तारीफ हो, तेरी तारीफ हो है यीशु। मेरे बाप, जेकर मेरे पीण ਦੇ ਬਿਨਾ ਇਹ ਪਿਆਲਾ ਟਲ ਨਹੀਂ ਸਕਦਾ, ਤਾਂ ਤੁਹਾਡੀ ਇੱਛਾ ਪੂਰੀ ਹੋਵੇ। ਦੁਆਵਾਂ ਪਾਕਸ਼ਰਾ ਦੇ ਰਿੰਦ ਪਿਛੋਂ। ਇਲਾਹੀ ਯੀਸ਼ੂ, ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦਾ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ, ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਕੀਤੀ ਜਾਵੇ। ਐ ਮਿਹਰਬਾਨ ਯੀਸ਼ੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਅਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਹੀ ਗਾਵਾਂਗਾ। ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦਾ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਬਦ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੇਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗਾ। ਆਮੀਨ। ਐ ਮੁਬਾਰਕ ਮਹਾਫਰਿਸ਼ਤੇ ਸੰਤ ਮਿਕਾਇਲ, ਤੂੰ ਲੜਾਈ ਦੇ ਵੇਲੇ ਸਾਨੂੰ ਸੰਭਾਲ। ਸ਼ੈਤਾਨ ਅਤੇ ਉਸ ਦੀਆਂ ਬੁਰਾਈਆਂ ਅਤੇ ਉਸ ਦੇ ਫੰਦਿਆਂ ਵਿੱਚੋਂ ਬਚਣ ਲਈ ਸਾਡੀ ਮਦਦ ਕਰ। ਅਸੀਂ ਨਿਮਰਤਾ ਨਾਲ ਇਹ ਮਿਹਨਤ ਕਰਦੇ ਹਾਂ ਕਿ ਖੁਦਾ ਉਹਨਾਂ ਨੂੰ ਦਬਕਾਵੇ। ਨਾਲੇ ਅਸਮਾਨੀ ਫੌਜ ਦੇ ਸਰਦਾਰਾਂ, ਖੁਦਾ ਦੀ ਕੁਦਰਤ ਨਾਲ ਸ਼ੈਤਾਨ ਅਤੇ ਹੋਰ ਸਾਰੀਆਂ ਬਦਰੂਹਾਂ ਨੂੰ ਜੋ ਦੁਨੀਆ ਤੇ ਬੰਦਿਆਂ ਦਾ ਨਾਸ਼ ਕਰਨ ਲਈ ਤੁਰਦੀਆਂ ਫਿਰਦੀਆਂ ਹਨ, ਉਹਨਾਂ ਨੂੰ ਦੋਜ਼ਖ ਵਿੱਚ ਸੁੱਟ ਦੇ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ, ਇਸ ਪਾਕ ਸਾਕਰਮੈਂਟ ਨਾਲ ਤੂੰ ਸਾਨੂੰ ਰਜਾਇਆ ਹੈ। ਆਪਣੇ ਬੇਟੇ ਦੀ ਮੌਤ ਰਾਹੀਂ ਤੂੰ ਸਾਡੀ ਉਮੀਦ ਨੂੰ ਵਧਾ ਕੇ ਸਾਡੇ ਈਮਾਨ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਬਖਸ਼ ਦੇ ਕਿ ਉਸ ਦੇ ਜੀ ਉੱਠਣ ਦੇ ਰਾਹੀਂ ਅਸੀਂ ਉਸ ਨਜਾਤ ਨੂੰ ਹਾਸਿਲ ਕਰ ਸਕੀਏ ਜਿਸ ਦੇ ਲਈ ਤੂੰ ਸਾਨੂੰ ਬੁਲਾਉਂਦਾ ਹੈ। ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਇਹ ਪ੍ਰਭੂ ਆਪਣੇ ਇਸ ਪਰਿਵਾਰ ਵੱਲ ਨਿਗਾਹ ਕਰ, ਜਿਨ੍ਹਾਂ ਲਈ ਸਾਡੇ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਆਪ ਨੂੰ ਬਰਕਤ ਬਦਕਾਰਾਂ ਹੱਥੀਂ ਸੌਂਪੇ ਜਾਣ ਅਤੇ ਸਲੀਬ ਦੇ ਦੁੱਖ ਤਸੀਆਂ ਨੂੰ ਸਹਿਣ ਤੋਂ ਇਨਕਾਰ ਨਾ ਕੀਤਾ। ਉਹ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਤੇ ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਡੇ ਤੇ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਯਾਦ ਕਰ ਐ ਮੇਰੇ ਨਾਇਕ ਮਿਹਰਬਾਨ ਕੁਵਾਰੀ ਮਰੀਮ, ਸਹੀ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ ਤੇ ਤੂੰ ਖਾਲੀ ਗਿਆ ਹੋਈ। ਐ ਕੁਵਾਰੀਆਂ ਦੀ ਅਤੇ ਮੇਰੀ ਮਾਂ, ਮੈਂ ਤਸੱਲੀ ਦੇ ਨਾਲ ਤੇਰੇ ਕੋਲ ਨਸਾਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਇਹ ਤੇ ਤੇਰੇ ਕਲਾਮ ਦੀ ਮਾਂ
ਮੇਰੀ ਅਜਨੋ ਕੀ ਨਾ ਜਾਣ ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਸ਼ਾਂਤੀ ਦੀ ਰਾਣੀ ਮੁਬਾਰਕ ਮਾਂ ਮਰੀਮ ਸਾਡੇ ਲਈ ਦੁਆ ਕਰ। ਜਲੰਧਰ ਡਾਇਸਿਸ ਦੀ ਗੋਲਡਨ ਜੁਬਲੀ ਸਾਲ ਲਈ ਪ੍ਰਾਰਥਨਾ। ਇਹ ਖੁਦਾ ਸਾਡੇ ਸਿਰਜਣਹਾਰ ਅਤੇ ਬਾਪ, ਅਸੀਂ ਤੈਨੂੰ ਸਜਦਾ ਕਰਦੇ ਹਾਂ, ਅਸੀਂ ਤੇਰੀ ਆਰਾਧਨਾ ਕਰਦੇ ਹਾਂ, ਤੇਰੀ ਵਡਿਆਈ ਕਰਦੇ ਹਾਂ। ਸਾਡੀ ਡਾਇਸਿਸ ਦੀ ਗੋਲਡਨ ਜੁਬਲੀ ਦੇ ਮੌਕੇ ਤੇ ਉਹਨਾਂ ਸਾਰੀਆਂ ਬਰਕਤਾਂ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਜੋ ਪਿਛਲੇ 49 ਸਾਲਾਂ ਵਿੱਚ ਤੂੰ ਸਾਨੂੰ ਬਖਸ਼ਿਆ। ਅਸੀਂ ਆਪਣੀ ਸਰਪ੍ਰਸਤ ਮਾਂ ਮਰੀਮ ਨਾਲ ਮਿਲ ਕੇ ਉਸ ਦੇ ਖੁਸ਼ੀ ਭਰੀ ਔਲਾਦ ਨੂੰ ਦੁਹਰਾਉਂਦੇ ਹਾਂ। ਸਰਵਸ਼ਕਤੀ ਮਾਂ ਨੇ ਸਾਡੇ ਲਈ ਅਨੋਖੇ ਕੰਮ ਕੀਤੇ ਹਨ। ਐ ਪ੍ਰਭੂ, ਅਸੀਂ ਆਪਣੇ ਪਹਿਲੇ ਚਰਵਾਹੇ ਵਿਸ਼ਵ ਸੈਂਪੋਰੀਅਨ ਅਤੇ ਉਹਨਾਂ ਸਾਰੇ ਮਿਸ਼ਨਰੀਆਂ ਲਈ ਤੇਰਾ ਧੰਨਵਾਦ ਕਰਦੇ ਹਾਂ ਜੋ ਤੇਰੇ ਮਹਾਨ ਪਿਆਰ ਦੀ ਅੰਜੀਲ ਦਾ ਪ੍ਰਚਾਰ ਕਰਨ ਦੇ ਕਾਰਜ ਵਿੱਚ ਸ਼ਾਮਲ ਹੋਏ ਸਨ। ਐ ਪ੍ਰਭੂ ਯੀਸ਼ੂ, ਸਾਡੇ ਪ੍ਰਭੂ ਤੇ ਚਰਵਾਹੇ, ਤੇਰਾ ਹੁਕਮ ਹੈ ਕਿ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ। ਸਾਡੀਆਂ ਇਨਸਾਨ ਕਮਜ਼ੋਰੀਆਂ ਕਾਰਨ ਪਿਆਰ ਵਿੱਚ ਇਕੱਠੇ ਹੋਣ ਦੀ ਬਜਾਏ ਅਸੀਂ ਅਕਸਰ ਨਫ਼ਰਤ ਦੁਆਰਾ ਅਲੱਗ-ਅਲੱਗ ਹੋ ਜਾਂਦੇ ਹਾਂ। ਐ ਪ੍ਰਭੂ ਯੀਸ਼ੂ, ਅਸੀਂ ਬੇਨਤੀ ਕਰਦੇ ਹਾਂ ਕਿ ਸਹੀ ਫੈਸਲੇ ਲੈਣ ਵਿੱਚ ਸਾਡਾ ਮਾਰਗਦਰਸ਼ਨ ਕਰੋ। ਤੂੰ ਸੰਤ ਫਰਾਂਸਿਸ ਅਸੀਸੀ ਨੂੰ ਇੱਕ ਆਦਰਸ਼ ਅਤੇ ਸਹਾਇਕ ਵਜੋਂ ਸਾਨੂੰ ਦਿੱਤਾ ਹੈ। ਉਸ ਨਾਲ ਮਿਲ ਕੇ ਅਸੀਂ ਦੁਆ ਕਰਦੇ ਹਾਂ। ਐ ਪ੍ਰਭੂ, ਸਾਨੂੰ ਆਪਣੀ ਸ਼ਾਂਤੀ ਦੇ ਸਾਧਨ ਬਣਾ। ਐ ਰੂਪਾਕ ਪਿਆਰ, ਆਨੰਦ ਅਤੇ ਸ਼ਾਂਤੀ ਦੇ ਸੋਮੇ ਸਾਡੇ ਦਿਲਾਂ ਵਿੱਚ ਆਓ ਅਤੇ ਸਾਡੇ ਪਰਿਵਾਰਾਂ ਤੇ ਪੈਰਿਸ਼ਾਂ ਵਿੱਚ ਵਾਸ ਕਰੋ। ਐ ਸੁਖਦਾਈ ਦੀ ਰੂਹ ਉਹਨਾਂ ਸਾਰਿਆਂ ਦੇ ਨਾਲ ਹੋ ਜੋ ਇਸ ਸਮੇਂ ਜ਼ੁਲਮ ਅਤੇ ਖੌਫ ਦੇ ਸ਼ਿਕਾਰ ਹੋਏ ਹਨ। ਐ ਏਕਤਾਈ ਦੀ ਰੂਹ ਫੁੱਟ ਅਤੇ ਮਨ ਦੇ ਜ਼ਖਮਾਂ ਨੂੰ ਚੰਗਾ ਕਰ। ਹਰ ਇੱਕ ਦੇ ਦਿਲ ਵਿੱਚ ਮਾਫੀ ਅਤੇ ਚੰਗੀ ਭਾਵਨਾ ਦਾ ਬੀਜ ਬੀਜੋ। ਸਾਨੂੰ ਈਮਾਨ, ਉਮੀਦ ਅਤੇ ਪਿਆਰ ਵਿੱਚ ਨਵੀਨ ਕਰ। ਐ ਮਾਂ ਮਰੀਮ, ਸ਼ਾਂਤੀ ਦੀ ਰਾਣੀ, ਅਸੀਂ ਆਪਣੀ ਡਾਇਸਿਸ ਨੂੰ ਤੇਰੇ ਪਿਆਰ ਭਰੀ ਦੇਖ ਰੇਖ ਵਿੱਚ ਸੌਂਪਦੇ ਹਾਂ। ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਹੈ ਕਿ ਜਦ ਬੇਸਹਾਰਿਆਂ, ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰਦੇ ਹਾਂ ਤਾਂ ਅਸੀਂ ਉਸ ਦੀ ਹੀ ਸੇਵਾ ਕਰਦੇ ਹਾਂ। ਸਾਨੂੰ ਨੇਕ ਸਾਮਰੀ ਬਣਾ ਜੋ ਈਮਾਨ ਦੀ ਆਸ ਨਾ ਰੱਖਦੇ ਹੋਏ ਆਪਣੇ ਛੋਟੇ ਤੋਂ ਛੋਟੇ ਭੈਣ ਭਰਾਵਾਂ ਦੀ ਸੇਵਾ ਕਰਨ ਲਈ ਤਿਆਰ ਹੈ। ਜੋ ਕੁਝ ਵੀ ਅਸੀਂ ਕਰੀਏ ਉਹ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਲਈ ਜਲਾਲ ਅਤੇ ਵਡਿਆਈ ਦਾ ਸਬਬ ਬਣੇ। ਐ ਮਾਂ ਮਰੀਮ, ਸਾਡੇ ਲਈ ਸਿਫਾਰਿਸ਼ ਕਰ ਤਾਂ ਜੋ ਸਾਡੇ ਵਿੱਚੋਂ ਹਰ ਇੱਕ ਸੱਚੇ ਦਿਲ ਨਾਲ ਪ੍ਰਭੂ ਯਿਸੂ ਦੀ ਸਿਖਾਈ ਹੋਈ ਇਹ ਪ੍ਰਾਰਥਨਾ ਕਰ ਸਕੇ। ਇਸ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨੇ ਜਾਵੇ, ਤੇਰੇ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੁਰਿੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਆਮੀਨ। ਸਲਾਮ ਏ ਮਰੀਮ, ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ। ਤੂੰ ਔਰਤਾਂ ਵਿੱਚੋਂ ਤਾਨੇ ਨਾਲੇ ਤਾਨੇ ਤੇਰੇ ਗਰਭ ਦਾ ਫਲ ਯੀਸ਼ੂ। ਆਈ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਬਾਪ ਦੇ ਬੇਟੇ ਤੇ ਰੂਪਾਕ ਤੇ ਵਡਿਆਈ ਹੋਵੇ ਜਿਹੜੀ ਮੁੱਢੋਂ ਸਿਣ ਤੈ ਹਮੇਸ਼ਾ ਹੋਵੇਗੀ। ਆਮੀਨ।